मैं ਹਾਂ ਬਲਵਿੰਦਰ ਸਿੰਘ ਬਿਰਬਾਨੀ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਨਜ਼ਰੀਆ। ਅੱਜ ਅਸੀਂ ਗੱਲ ਕਰਾਂਗੇ ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲਾਂ ਦੀ, ਜੀ ਹਾਂ, ਜਿੱਥੇ ਕਿ ਅੱਗ ਕਾਫੀ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਇਸ ਨੂੰ ਐਪਲ ਫਾਇਰ ਦਾ ਨਾਮ ਦਿੱਤਾ ਗਿਆ। ਹੁਣ ਤੱਕ ਇਸ ਨੇ ਤਕਰੀਬਨ 1,20,000 ਏਕੜ ਜੰਗਲਾਂ ਨੂੰ ਤਬਾਹ ਕਰ ਦਿੱਤਾ। ਇਸ ਨਾਲ ਕਈ ਇਲਾਕਿਆਂ ਵਿੱਚ ਤਾਪਮਾਨ ਲਗਾਤਾਰ ਵਧ ਰਿਹਾ ਹੈ। ਫਾਇਰ ਵਿਭਾਗ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ ਦਾ ਹੁਕਮ ਵੀ ਦੇ ਦਿੱਤਾ। ਹੁਣ ਤੱਕ ਹਜ਼ਾਰਾਂ ਲੋਕ ਘਰ ਛੱਡ ਕੇ ਜਾ ਚੁੱਕੇ ਨੇ। ਕੈਲੀਫੋਰਨੀਆ ਦੇ ਦੱਖਣੀ ਇਲਾਕੇ ਤੇ ਇਸ ਦਾ ਜ਼ਿਆਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਦੇ ਮੁਤਾਬਕ ਕੈਲੀਫੋਰਨੀਆ ਸੂਬੇ ਵਿੱਚ ਪਿਛਲੇ 48 ਘੰਟਿਆਂ ਵਿੱਚ 46,000 ਏਕੜ ਵਿੱਚ ਅੱਗ ਫੈਲ ਗਈ ਹੈ। ਅੱਗ ਨੇ ਕਾਉਂਟੀ ਅਤੇ ਫਿਰ ਵੈਕਲਟੀ ਇਲਾਕਿਆਂ ਨੂੰ ਵੀ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਤੇ ਇੱਥੇ ਰਹਿਣ ਵਾਲੇ ਤਕਰੀਬਨ 1 ਲੱਖ ਤੋਂ ਵਧੇਰੇ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਖੇਤਰ ਵਿੱਚ ਦਰਜਨਾਂ ਘਰ ਅਤੇ ਫਿਰ ਮੋਬਾਈਲ ਹੋਮ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਚੁੱਕੇ ਨੇ। ਇਸ ਤੋਂ ਬਾਅਦ ਗਵਰਨਰ ਨੇ ਰਾਜ ਵਿੱਚ ਐਮਰਜੈਂਸੀ ਦਾ ਵੀ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਅਗਲੇ 48 ਘੰਟੇ ਚੁਣੌਤੀਪੂਰਨ ਜ਼ਰੂਰ ਬਣੇ ਹੋਏ ਨੇ। ਇਸ ਤੋਂ ਇਲਾਵਾ ਲਾਸ ਐਂਜਲਸ ਦੀ ਗੱਲ ਕਰੀਏ ਤਾਂ ਇੱਥੇ ਵੀ 15 ਲੱਖ ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਫੋਰੈਸਟਰੀ ਅਤੇ ਫਿਰ ਫਾਇਰ ਪ੍ਰੋਟੈਕਸ਼ਨ ਵਿਭਾਗ ਦੇ ਮੁਤਾਬਕ ਇਸ ਸਾਲ ਇੱਥੇ ਜੰਗਲਾਂ ਵਿੱਚ ਅੱਗ ਦੀਆਂ ਤਕਰੀਬਨ 5,672 ਘਟਨਾਵਾਂ ਹੋਈਆਂ ਨੇ, ਜਿਸ ਵਿੱਚ ਤਕਰੀਬਨ 2 ਲੱਖ ਏਕੜ ਜੰਗਲ ਤਬਾਹ ਹੋ ਚੁੱਕਾ ਹੈ। ਫਾਇਰ ਵਿਭਾਗ ਦੀ ਟੀਮ ਅੱਗ ਤੇ ਕਾਬੂ ਪਾਉਣ ਵਿੱਚ ਦਿਨ ਰਾਤ ਜੁਟੀ ਹੋਈ ਹੈ। 1500 ਤੋਂ ਵਧੇਰੇ ਫਾਇਰ ਫਾਈਟਰਸ ਨੂੰ ਇਸ ਕੰਮ ਵਿੱਚ ਲਗਾਇਆ ਗਿਆ। ਅੱਗ ਬੁਝਾਉਣ ਲਈ ਹੈਲੀਕਾਪਟਰ ਅਤੇ ਫਿਰ ਵਾਟਰ ਡੰਪਿੰਗ ਜਹਾਜ਼ਾਂ ਦੀ ਮਦਦ ਵੀ ਲਈ ਜਾ ਰਹੀ ਹੈ। ਅੱਗ ਪਹਾੜੀ ਇਲਾਕਿਆਂ ਵਿੱਚ ਫੈਲਣ ਦੇ ਕਾਰਨ ਇਸ ਨੂੰ ਬੁਝਾਉਣ ਵਿੱਚ ਰਾਹਤ ਕਰਮੀਆਂ ਨੂੰ ਮੁਸ਼ਕਲਾਂ ਦਰਪੇਸ਼ ਨੇ। ਇਹ ਤਾਂ ਦੱਸਦੀ ਹੈ ਕਿ ਅਮਰੀਕਾ ਦੇ ਦੂਜੇ ਇਲਾਕਿਆਂ ਦੀ ਤੁਲਨਾ ਵਿੱਚ ਕੈਲੀਫੋਰਨੀਆ ਗਰਮ ਹੈ ਅਤੇ ਫਿਰ ਇਹੀ ਕਾਰਨ ਹੈ ਕਿ ਇੱਥੇ ਗਰਮੀ ਦੇ ਮੌਸਮ ਵਿੱਚ ਅਕਸਰ ਜੰਗਲਾਂ ਵਿੱਚ ਅੱਗ ਲੱਗ ਜਾਂਦੀ ਹੈ। ਇਹ ਸਿਲਸਿਲਾ ਮੀਂਹ ਦੇ ਮੌਸਮ ਆਉਣ ਤੱਕ ਲਗਾਤਾਰ ਜਾਰੀ ਰਹਿੰਦਾ ਹੈ। ਭਾਵੇਂ ਕਿ ਬੀਤੇ ਕੁਝ ਸਾਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਜ਼ਰੂਰ ਵਧੀਆਂ ਨੇ। ਕੈਲੀਫੋਰਨੀਆ ਦੇ ਜੰਗਲਾਂ ਦੇ ਨੇੜੇ ਰਿਹਾਇਸ਼ੀ ਇਲਾਕੇ ਜ਼ਰੂਰ ਵਧੇ ਨੇ। ਅਜਿਹੇ ਵਿੱਚ ਅੱਗ ਲੱਗਣ ਨਾਲ ਜ਼ਿਆਦਾ ਨੁਕਸਾਨ ਵਿਖਾਈ ਦਿੰਦਾ ਹੈ। ਇਸ ਨੂੰ ਵੇਖਦਿਆਂ ਹੋਇਆਂ ਫਾਇਰ ਵਿਭਾਗ ਨੇ ਕੁਝ ਅਜਿਹੇ ਇਲਾਕਿਆਂ ਦੀ ਪਛਾਣ ਵੀ ਕੀਤੀ ਹੈ ਜਿੱਥੇ ਕਿ ਅੱਗ ਦਾ ਖਤਰਾ ਬੇहद ਜ਼ਿਆਦਾ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਯਾਨੀ ਕਿ ਸਾਲ 2019 ਵਿੱਚ ਲੱਗੀ ਅੱਗ ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲਾਂ ਵਿੱਚ 85 ਸਾਲ ਦੀ ਸਭ ਤੋਂ ਭਿਆਨਕ ਅੱਗ ਮੰਨੀ ਜਾ ਰਹੀ ਸੀ, ਪਰ ਇਸ ਸਾਲ ਇਹ ਅੱਗ ਹੋਰ ਵੀ ਜ਼ਿਆਦਾ ਖੇਤਰਾਂ ਵਿੱਚ ਫੈਲਦੀ ਵਿਖਾਈ ਦੇ ਰਹੀ ਹੈ। ਇਹਨਾਂ ਅੱਗ ਦੇ ਕਾਰਨਾਂ ਦਾ ਕੀ ਹੋ ਸਕਦਾ ਹੈ ਅਤੇ ਇਸ ਤੋਂ ਇਲਾਵਾ ਅੱਗ ਹੁਣ ਜਦੋਂ ਫੈਲ ਚੁੱਕੀ ਹੈ ਤਾਂ ਲੋਕਾਂ ਦਾ ਕੀ ਬਣੇਗਾ, ਕਿਉਂਕਿ ਇਸ ਸਮੇਂ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਲੋਕ ਇਸ ਸਮੇਂ ਤਰਾ ਕਰ ਰਹੇ ਨੇ। ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਵੀ ਲੋਕ ਡਰ ਰਹੇ ਨੇ। ਅਜਿਹੇ ਵਿੱਚ ਜਦੋਂ ਉਹਨਾਂ ਨੂੰ ਘਰ ਖਾਲੀ ਕਰਨ ਦੇ ਗਵਰਨਰ ਵੱਲੋਂ ਹੁਕਮ ਦਿੱਤੇ ਜਾਂਦੇ ਨੇ ਤਾਂ ਅਜਿਹੇ ਵਿੱਚ ਲੋਕਾਂ ਦਾ ਘਬਰਾਉਣਾ ਲਾਜ਼ਮੀ ਹੈ। ਲੋਕਾਂ ਤੇ ਮੁਸੀਬਤਾਂ ਦਾ ਪਹਾੜ ਟੁੱਟਣਾ ਲਾਜ਼ਮੀ ਹੈ। ਅਜਿਹੇ ਵਿੱਚ ਅਮਰੀਕਾ ਦੇ ਲੋਕ ਇਸ ਬਾਰੇ ਕੀ ਸੋਚਦੇ ਨੇ, ਸਰਕਾਰਾਂ ਕੀ ਸੋਚਦੀਆਂ ਨੇ ਅਤੇ ਫਿਰ ਜਿਹੜੇ ਸੋਸ਼ਲ ਵਰਕਰਸ ਨੇ ਉਹ ਕਿਸ ਤਰ੍ਹਾਂ ਮਦਦ ਆਪਣੇ ਹੱਥ ਵਧਾ ਰਹੇ ਨੇ, ਮਦਦ ਲਈ, ਲੋਕਾਂ ਦੀ ਮਦਦ ਲਈ ਕਿਸ ਤਰ੍ਹਾਂ ਹੱਥ ਅੱਗੇ ਵਧਾ ਰਹੇ ਨੇ, ਇਸ ਬਾਰੇ ਜਾਣਨ ਲਈ ਸਾਡਾ ਅੱਜ ਖਾਸ 3 ਲੋਕ ਮੌਜੂਦ ਨੇ। ਉਹਨਾਂ ਦਾ ਇੱਕ ਇੱਕ ਕਰਕੇ ਤਾਰੋਫ ਤੁਹਾਡੇ ਨਾਲ ਕਰਾਵਾਂਗਾ। ਸਭ ਤੋਂ ਪਹਿਲਾਂ ਤਾਂ ਸਾਡੇ ਨਾਲ ਜੁੜੇ ਹੋਏ ਨੇ ਮੈਂਟਿਕਾ ਤੋਂ ਸਿਟੀ ਕਾਉਂਸਲਮੈਨ ਗੈਰੀ ਸਿੰਘ ਸਾਡੇ ਨਾਲ ਜੁੜੇ ਹੋਏ ਨੇ, ਬਹੁਤ ਬਹੁਤ ਸਵਾਗਤ। ਇਸ ਤੋਂ ਇਲਾਵਾ ਸਾਡੇ ਨਾਲ ਹੈਰੀ ਢਿੱਲੋਂ ਸਾਹਿਬ ਜੁੜੇ ਹੋਏ ਨੇ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਕੋਆਰਡੀਨੇਟਰ ਨੇ 6 ਫॉर ਹਿਊਮੈਨਿਟੀ ਦੇ ਮਾਊਂਟੇਨ ਹਾਊਸ ਕੈਲੀਫੋਰਨੀਆ ਤੋਂ ਸਾਡੇ ਨਾਲ ਜੁੜੇ ਹੋਏ ਨੇ ਅਤੇ ਇਸ ਤੋਂ ਇਲਾਵਾ ਮਾਊਂਟੇਨ ਹਾਊਸ ਤੋਂ ਹੀ ਕੈਲੀਫੋਰਨੀਆ ਤੋਂ ਅੰਮ੍ਰਿਤ ਚੀਮਾ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਜੋ ਕਿ ਸਾਇੰਟਿਸਟ ਨੇ। ਸੋ ਬਹੁਤ ਹੀ ਸਵਾਗਤ ਕਰਦਾ ਤਿੰਨਾਂ ਹੀ ਖਾਸ ਮਹਿਮਾਨਾਂ ਦਾ। ਔਰ ਸਭ ਤੋਂ ਪਹਿਲਾਂ ਤਾਂ ਗੈਰੀ ਸਿੰਘ ਜੀ, ਕਿਉਂਕਿ ਤੁਸੀਂ ਸਿਟੀ ਕਾਉਂਸਲਮੈਨ ਹੋ, ਸਰਕਾਰਾਂ ਨੂੰ ਬਹੁਤ ਚੰਗੀ ਤਰ੍ਹਾਂ ਨੇੜਿਓਂ ਜਾਣਦੇ ਹੋ, ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਇਹਨਾਂ ਅੱਗ ਦੇ ਪਿੱਛੇ ਦੀ ਕਹਾਣੀ, ਕਿਉਂਕਿ ਲਗਾਤਾਰ ਕਈ ਸਾਲਾਂ ਤੋਂ ਅਸੀਂ ਵੇਖਦੇ ਆ ਰਹੇ ਹਾਂ ਕਿ ਖਬਰਾਂ ਲਗਾਤਾਰ ਵੱਧਦੀਆਂ ਜਾਂਦੀਆਂ ਨੇ ਕਿ ਜਦੋਂ ਅੱਗ ਲੱਗਦੀ ਹੈ ਤਾਂ ਲੱਖਾਂ ਲੋਕ ਘਰ ਛੱਡਣ ਲਈ ਮਜਬੂਰ ਹੋ ਜਾਂਦੇ ਨੇ। ਬਿਨਾਂ ਪਾਣੀ ਤੋਂ, ਬਿਨਾਂ ਬਿਜਲੀ ਤੋਂ ਉਹਨਾਂ ਨੂੰ ਰਹਿਣਾ ਪੈਂਦਾ ਅਤੇ ਫਿਰ ਲੱਖਾਂ ਕਰੋੜਾਂ ਦਾ ਨੁਕਸਾਨ ਸਰਕਾਰਾਂ ਨੂੰ ਹੀ ਝੱਲਣਾ ਪੈਂਦਾ ਹੈ। ਪਰ ਹਾਲਾਂ ਤੱਕ ਕੋਈ ਵੀ ਇਸ ਦਾ ਹੱਲ ਨਿਕਲਦਾ ਵਿਖਾਈ ਨਹੀਂ ਦੇ ਰਿਹਾ ਔਰ ਸਾਲ ਦਰ ਸਾਲ ਜਿਹੜਾ ਇਹ ਆંકੜਾ ਹੈਗਾ ਇਹ ਲਗਾਤਾਰ ਵੱਧਦਾ ਜਾ ਰਿਹਾ ਹੈ। ਜੋ ਪੁਆਇੰਟਸ, ਗ੍ਰਾਫਿਕ ਪੁਆਇੰਟਸ ਨੇ ਉਹ ਲਗਾਤਾਰ ਅਪਸਾਈਡ ਜਾਂਦੇ ਹੋਏ ਵਿਖਾਈ ਦੇ ਰਹੇ ਨੇ। ਔਰ ਇਸ ਸਾਲ ਤਾਂ ਕਿਉਂਕਿ ਅਸੀਂ ਪੈਂਡੇਮਿਕ ਚੱਲਣ ਨੂੰ ਵੀ ਅਸੀਂ ਮਜਬੂਰ ਹਾਂ, ਕੋਰੋਨਾ ਵਾਇਰਸ ਦੇ ਨਾਲ ਪੂਰੀ ਦੁਨੀਆ ਇਸ ਦੀ ਲਪੇਟ ਵਿੱਚ ਹੈ। ਅਜਿਹੇ ਵਿੱਚ ਲੋਕਾਂ ਦਾ ਤਰਾ ਕਰਨਾ ਤਾਂ ਲਾਜ਼ਮੀ ਹੀ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਸਹੀ ਗੱਲ ਹੈ ਕਿ ਤੁਸੀਂ ਦੇਖੋ ਕਿ ਹਰੇਕ ਸਾਲ ਜਦੋਂ ਅੱਗ ਲੱਗ ਰਹੀ ਆ, ਹਰੇਕ ਸਾਲ ਗਾਂ ਤੋਂ ਗਾਂ ਵੱਧ ਰਹੀ ਹੈ। ਇਹਨਾਂ ਵਿੱਚ ਇਹ ਨਹੀਂ ਹੈਗਾ ਕਿ ਜੇ ਆਪਾਂ ਪਿਛਲੇ ਸਾਲ ਦੇਖੋ ਜਾਂ ਉਸ ਤੋਂ ਪਿਛਲੇ ਸਾਲ ਦੇਖੋ, ਹਰੇਕ ਸਾਲ ਜਿਹੜੇ ਏਕਰੇਜ ਬਣ ਰਹੇ ਆ ਉਹ ਜ਼ਿਆਦਾ ਤੋਂ ਜ਼ਿਆਦਾ ਹੀ ਬਣ ਰਹੇ ਆ। ਐਂਡ ਇਹਦੇ ਕਾਰਨ ਕੀ
ਕਈ ਚੀਜ਼ਾਂ ਆ। ਪਹਿਲੀ ਗੱਲ ਤਾਂ ਜਿਹੜੀ ਹੈ ਨਾ, ਜਦੋਂ ਮੈਂ ਫਾਇਰ ਫਾਈਟਰਾਂ ਨਾਲ ਗੱਲ ਕਰਦਾ ਹਾਂ ਇੱਥੇ ਲੋਕਲੀ ਹੈ ਨਾ, ਉਹਨਾਂ ਨੂੰ ਪੁੱਛਦਾ ਹੈ ਕਿ ਕੱਲ ਹੀ ਇਹ ਇੰਨੀ ਹੈ ਨਾ ਭਿਆਨਕ ਅੱਗਾਂ ਕਿਉਂ ਲੱਗ ਰਹੀਆਂ ਆ। ਉਹਨਾਂ ਦੀ ਸੋਚ ਇਹ ਹੈ ਕਿ ਜਿਹੜੇ ਪਿੱਛੇ ਅੱਜ ਤੋਂ 10-15 ਸਾਲ ਪਹਿਲੋਂ ਚੱਲ ਜਾਓ ਤਾਂ ਉਦੋਂ ਸਰਕਾਰ ਕੀ ਕਰਦੀ ਹੁੰਦੀ ਸੀ ਕਿ ਅੱਗਾਂ ਆਪ ਲਾਉਂਦੀਆਂ ਹੁੰਦੀਆਂ ਸੀ ਕਿ ਜਿਹੜੇ ਹਨਾ ਛੋਟੇ ਸ਼ਰਬਸ ਜਾਂ ਕੁਛ ਹੈਗੇ ਆ ਏਰੀਆ ਦੇ ਵਿੱਚ, ਉਹਨਾਂ ਨੂੰ ਅੱਗ ਆਪ ਲਾ ਕੇ ਤੇ ਉਹਨੂੰ ਕਲੀਅਰ ਆਊਟ ਕਰ ਦਿੰਦੇ ਸੀ। ਤਾਂ ਹੁਣ ਕੀ ਹੁੰਦਾ ਹੈ ਕਿ ਬਿਕਾਜ਼ ਉਹ ਚੀਜ਼ਾਂ ਸਰਕਾਰ ਨੇ ਰੋਕਤੀਆਂ ਆ ਕੈਲੀਫੋਰਨੀਆ ਦੇ ਵਿੱਚ ਕਰਨ ਤੋਂ, ਉਹਦਾ ਕਰਕੇ ਹੁਣ ਜਦੋਂ ਕੋਈ ਅੱਗ ਲੱਗਦੀ ਆ ਉਹ ਇਦਾਂ ਦੀ ਚੰਗਿਆੜੀ ਫੜਦੀ ਆ ਕਿ ਉਹ ਗਾਂਹ ਤੋਂ ਗਾਂਹ ਹੋਰ ਵੱਧ ਜਾਂਦੀ ਆ। ਤਾਂ ਉਹਦਾ ਕਰਕੇ ਹੁਣ ਪਿੱਛੇ ਨਾਲੋਂ ਡਬਲ ਟ੍ਰਿਪਲ ਕੁਆਡਰੂਪਲ ਅਮਾਊਂਟ ਏਕਰੇਜ ਹਨਾ ਬਲਦਾ ਆ। ਸੋ ਹੁਣ ਤੁਸੀਂ ਇਸ ਵੇਲੇ ਸੋਚ ਲਓ ਜਿਹੜਾ ਆਪਣਾ ਕਰੰਟਲੀ ਸਿਚੁਏਸ਼ਨ ਆ, ਹੁਣ ਆਲਮੋਸਟ 8 ਲੱਖ ਏਕੜ ਕੈਲੀਫੋਰਨੀਆ ਚ ਬਲ ਚੁੱਕਾ ਹੈ ਜੀ। ਐਂਡ ਇਹ ਬਹੁਤ ਵੱਡੀ ਸੋਚ ਹੈ ਬਿਕਾਜ਼ ਇੱਕ ਟਾਈਮ ਹੁੰਦਾ ਸੀ ਕਿ ਜਦੋਂ ਅਸੀਂ ਹਜ਼ਾਰਾਂ ਚ ਗੱਲ ਕਰਦੇ ਹੁੰਦੇ ਸੀ ਕਿ ਏਕਰੇਜ ਵੱਧ ਰਿਹਾ ਆ ਤਾਂ ਉਦੋਂ ਫਿਕਰ ਕਰਦੇ ਹੁੰਦੇ ਸੀ। ਹੁਣ ਲੱਖਾਂ ਚ ਤਾਂ ਜੋ ਹਾਲਾਤ ਲੱਗ ਰਹੇ ਆ ਉਹਦੇ ਹਿਸਾਬ ਨਾਲ ਮੈਨੂੰ ਤਾਂ ਲੱਗਦਾ ਹੁਣ ਮਿਲੀਅਨ ਚ ਪਹੁੰਚ ਜੂਗੇ। ਤਾਂ ਇਹਦਾ ਕਰਕੇ ਆਪਾਂ ਨੂੰ ਸੁਝਾਅ ਕਰਨਾ ਪੈਣਾ ਆ। ਹੁਣ ਇਸ਼ੂਜ਼ ਇਹ ਵੀ ਹੈ ਕਿ ਜਿਹੜੀ ਚੀਜ਼ਾਂ ਜਗ੍ਹਾ ਤੇ ਲੱਗਦੀਆਂ ਆ ਅੱਗਾਂ, ਉਹ ਹੈਗੇ ਏਰੀਆਜ਼ ਇਦਾਂ ਦੇ ਆ ਕਿ ਜਿੱਥੇ ਫਾਇਰ ਫਾਈਟਰਾਂ ਲਈ ਬਹੁਤ ਔਖਾ ਹੋ ਜਾਂਦਾ ਪਹੁੰਚਣਾ ਵੀ। ਬਿਲਕੁਲ। ਤਾਂ ਉਹਨਾਂ ਨੂੰ ਬੁਝਾਉਣਾ, ਸੋ ਉਹਦੀ ਸਿਚੁਏਸ਼ਨ ਦਾ ਕਰਕੇ ਅਨਫੋਰਚੂਨੇਟਲੀ ਉਹਨਾਂ ਕੋਲ ਹੋਰ ਕੋਈ ਰੀਜ਼ਨ ਨਹੀਂ ਹੈਗਾ। ਉਹ ਸਿਰਫ ਇਹੀ ਕਰ ਸਕਦੇ ਆ ਕਿ ਜਿੱਥੇ ਉਹ ਤੱਕ ਪਹੁੰਚ ਸਕਦੇ ਉੱਥੇ ਤੱਕ ਉਹ ਕੰਟਰੋਲ ਕਰ ਸਕਦੇ ਆ। ਬਾਕੀ ਜਿਹੜੀ ਆ ਗਿਆ ਉਹਨਾਂ ਨੂੰ ਬੇਸਿਕਲੀ ਵੇਟ ਕਰਕੇ ਦੇਖਣਾ ਪੈਂਦਾ ਕਿ बढ़ ਲੈਣ ਦੋ। ਬਿਲਕੁਲ। ਔਰ ਇਹ ਸਵਾਲ ਮੈਂ ਹੈਰੀ ਢਿੱਲੋਂ ਸਾਹਿਬ ਤੁਹਾਡੇ ਤੋਂ ਵੀ ਕਰਨਾ ਚਾਹਾਂਗਾ ਕਿਉਂਕਿ ਤੁਸੀਂ ਕਈ ਸਾਲਾਂ ਤੋਂ ਅਮਰੀਕਾ ਦੀ ਧਰਤੀ ਤੇ ਰਹਿ ਰਹੇ ਹੋ ਔਰ ਲਗਾਤਾਰ ਵੱਖ-ਵੱਖ ਸੋਸ਼ਲ ਪ੍ਰੋਗਰਾਮਾਂ ਵਿੱਚ ਵੀ ਤੁਹਾਡੀ ਸ਼ਮੂਲੀਅਤ ਅਸੀਂ ਵੇਖਦੇ ਹਾਂ। ਪਰ ਜਦੋਂ ਇਸ ਤਰ੍ਹਾਂ ਦੀਆਂ ਅੱਗਾਂ ਲੱਗਦੀਆਂ ਨੇ ਤਾਂ ਲੋਕਾਂ ਦਾ ਘਬਰਾਉਣਾ ਤਾਂ ਲਾਜ਼ਮੀ ਹੈ ਹੀ ਆ। ਉਹਨਾਂ ਦੀ ਅਥਾਹ ਜਿਹੜੀ ਪ੍ਰਾਪਰਟੀ ਹੈ ਉਹ ਸੜ ਗਲ ਜਾਂਦੀ ਹੈ। ਉਸ ਤੋਂ ਇਲਾਵਾ ਭਾਵੇਂ ਉਹਨਾਂ ਦੀਆਂ ਇੰਸ਼ੋਰੈਂਸ ਹੁੰਦੀਆਂ ਨੇ, ਅਸੀਂ ਮੰਨਦੇ ਹਾਂ ਕਿ ਇੰਸ਼ੋਰੈਂਸ ਹੁੰਦੀ ਹੈ, ਪਰ ਇੱਕ ਘਰ ਨੂੰ ਸਜਾਉਣ ਤੇ, ਇੱਕ ਘਰ ਨੂੰ ਬਣਾਉਣ ਤੇ ਕਈ ਸਾਲ ਲੱਗ ਜਾਂਦੇ ਨੇ, ਕਈ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ। ਔਰ ਇੱਕ ਘਰ ਦੇ ਵਿੱਚ ਜਿਹੜੀ ਘਰ ਦੀ ਨਾਲ ਸਾਡੀ ਜਿਹੜੀ ਦਿਲ ਦਾ ਲਗਾਅ ਹੁੰਦਾ ਉਹ ਬਹੁਤ ਜ਼ਿਆਦਾ ਜੁੜਿਆ ਹੁੰਦਾ। ਇੱਕ ਇੱਕ ਚੀਜ਼ ਅਸੀਂ ਘਰ ਦੀ ਬਣਾਈ ਹੁੰਦੀ ਹੈ, ਪਰ ਉਸ ਨੂੰ ਫਿਰ ਇਹ ਦੇਖਣਾ ਕਿ ਸਾਡਾ ਘਰ ਸੜ ਚੁੱਕਿਆ, ਉਸ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਖੜਾ ਕਰਨਾ ਇੱਕ ਬਹੁਤ ਹੀ ਮਿਹਨਤ ਵਾਲਾ ਕੰਮ ਹੁੰਦਾ। ਕਿਸ ਤਰ੍ਹਾਂ ਵੇਖਦੇ ਹੋ ਇਸ ਪੂਰੇ ਕਾਫਿਲੇ ਨੂੰ ਤੁਸੀਂ? ਚੜ੍ਹਦੀ ਕਲਾ ਟਾਈਮਸ ਟੀਵੀ USA ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਬਲਿੰਦਰ ਸਿੰਘ ਬਲਵਾਨੀ, ਤੁਹਾਡਾ ਵੀ ਬਹੁਤ ਧੰਨਵਾਦ ਹੈ ਕਿ ਤੁਸੀਂ ਇਹ ਨਜ਼ਰੀਆ ਪ੍ਰੋਗਰਾਮ ਲਗਾਤਾਰ ਹੀ ਸਰੋਤਿਆਂ ਦੇ ਰੂਬਰੂ ਰੱਖ ਰਹੇ ਹੋ। ਤੇ ਜੇ ਗੱਲ ਕਰੀਏ ਤਾਂ ਇਹ ਜਿਹੜੀਆਂ ਫਾਇਰ ਚੱਲ ਰਹੀਆਂ ਨੇ, ਹੁਣ ਤੁਸੀਂ ਘਰਾਂ ਦੀ ਗੱਲ ਕੀਤੀ ਆ, ਹਰ ਇੱਕ ਅਮਰੀਕਨ ਦਾ, ਮੈਂ ਅਮਰੀਕਨ ਦਾ ਨਹੀਂ ਕਹਿ ਸਕਦਾ, ਸਾਰਿਆਂ ਦਾ ਹੀ ਇੱਕ ਵੱਡਾ ਸੁਪਨਾ ਹੁੰਦਾ ਕਿ ਜਦੋਂ ਆਪਾਂ ਸੈਟਲ ਹੋਈਏ ਤੇ ਆਪਣਾ ਚੰਗਾ ਘਰ ਬਣਾਈਏ। ਤੇ ਸਾਰੀ ਪੂੰਜੀ ਜਿਹੜੀ ਹੁੰਦੀ ਹੈ ਇਕੱਠੀ ਕਰਕੇ, ਤਿਲ ਫੁੱਲ ਪਾ ਕੇ ਆਪਾਂ ਆਪਣੇ ਘਰ ਬਣਾਉਂਦੇ ਆ, ਹੌਲੀ ਹੌਲੀ ਆਪਣਾ ਸਮਾਨ ਖਰੀਦਦੇ ਆ, ਗੱਡੀਆਂ ਖਰੀਦਦੇ ਆ। ਤੇ ਇੱਕ ਸੁਪਨਾ ਜਦੋਂ ਪੂਰਾ ਹੁੰਦਾ ਤੇ ਫਿਰ ਇਦਾਂ ਦੇ ਜਿਹੜੇ ਨੇ ਕੁਦਰਤੀ ਜਿਵੇਂ ਫਾਇਰ ਆ, ਫਲੱਡ, ਇਦਾਂ ਚੀਜ਼ਾਂ ਹੁੰਦੀਆਂ ਨੇ, ਤੇ ਜਦੋਂ ਉਹਨਾਂ ਨਾਲ ਤਬਾਹੀ ਹੁੰਦੀ ਆ ਤੇ ਸਾਰਿਆਂ ਨੂੰ ਹੀ ਬੜਾ ਦੁੱਖ ਹੁੰਦਾ ਹੈ। ਸਾਰੇ ਪਰਿਵਾਰ ਨੂੰ ਔਰ ਰਿਸ਼ਤੇਦਾਰਾਂ ਨੂੰ ਉਹਨਾਂ ਦਾ ਬੜਾ ਹੀ ਦੁੱਖ ਹੁੰਦਾ ਹੈ ਜੀ। ਢਿੱਲੋਂ ਸਾਹਿਬ, ਤੁਹਾਡੀ ਆਵਾਜ਼ ਚਲੀ ਗਈ ਹੈ, ਆਪਣੀ ਗੱਲ ਪੂਰੀ ਕੰਪਲੀਟ ਕਰੋ। ਅਗਰ ਇੱਕ ਵਾਰੀ ਫੇਰ ਤੋਂ ਕੋਸ਼ਿਸ਼ ਕਰੋ, ਤੁਹਾਡੀ ਆਵਾਜ਼ ਅਗਰ ਸਾਡੇ ਤੱਕ ਪਹੁੰਚ ਪਾ ਰਹੀ ਹੈ ਜੀ। ਹਾਂਜੀ। ਤੇ ਇਹ ਤੋਂ ਬਾਅਦ ਜਿਹੜਾ ਹੈਗਾ ਉਹਦੀ ਰਿਕਵਰੀ ਜਿਹੜੀ ਹੈਗੀ ਆ, ਦੁਬਾਰਾ ਘਰ ਬਣਾਉਣੇ, ਜਦੋਂ ਗਵਰਨਮੈਂਟ ਇਨਵੋਲਵ ਹੁੰਦੀ ਆ, ਜਿਹੜੀ ਏਡਸ ਦਿੰਦੀ ਆ, ਤੇ ਉਹਦਾ ਇੰਸ਼ੋਰੈਂਸ, ਹਾਲਾਂਕਿ ਇੰਸ਼ੋਰੈਂਸ ਵੀ ਹੁੰਦੀ ਆ, ਪਰ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਹੈ। ਤੇ ਉਹ ਡਿਵੈਲਿੰਗ ਦਾ ਜਿਹੜਾ ਪੂਰਾ ਹਿੱਸਾ ਨਹੀਂ ਮਿਲਦਾ ਹੈਗਾ ਇੰਸ਼ੋਰੈਂਸ ਵੱਲੋਂ, ਕੁਝ ਹਿੱਸਾ ਹੀ ਆਪਾਂ ਨੂੰ ਘਰ ਦੁਆਰਾ ਖੜੇ ਕਰਨ ਦਾ ਮਿਲਦਾ ਹੈ। ਤੇ ਰੀਹੈਬਿਲਿਟੇਸ਼ਨ, ਤੁਹਾਡੀ ਜੌਬ ਜਾਂਦੀਆਂ ਨੇ। ਹੁਣ ਦੇਖੋ ਕੋਵਿਡ ਚੱਲ ਰਿਹਾ, ਇਸ ਸਿਚੁਏਸ਼ਨ ਦੇ ਵਿੱਚ ਕੀ ਹੈਗਾ, ਜਿਹੜੇ ਆਪਣੇ ਹਸਪਤਾਲ ਨੇ, ICU ਨੇ, ਆਲਰੇਡੀ ਓਵਰ ਦਾ ਕੈਪੈਸਿਟੀ ਚੱਲ ਰਹੇ ਨੇ। ਜੇ ਹੁਣ ਇਦਾਂ ਦਾ ਕਹਿਰ ਆ ਗਿਆ ਜਿੱਥੇ ਲੋਕਾਂ ਨੂੰ ਹਸਪਤਾਲ ਜਾਣਾ ਪਏਗਾ ਤੇ ਬੜੀ ਹੀ
ਤੰਗੀ ਆ ਗਈ ਸਾਰਿਆਂ ਨੂੰ ਕਿ ਵੀ ਸੋਚ ਰਿਹਾ ਕਿ ਵੀ ਕੀ जी जी बिल्कुल। और चीमा साहब तुहाडे तो इसे जानना चाहांगे यही सवाल, क्योंकि लगातार तुसी तीनों ही अमेरिका विच कई सालों तो रह रहे हो, पर ये जिहड़ियां अग्गां ने लगातार जिवें गैरी साहब कह रहे सीगे हर साल दर साल इन्हां दा जिहड़ा आंकड़ा हैगा वो वधदा जा रहा है। तुसी इत्थे की कहना चाहोगे? आई थिंक बड़ी वधिया गल्लां कीतियां गैरी भाजी ने भी और हैरी ने इस ऐड यही कर सकते हैं भी जिहड़ा इशू मेरे वास्ते पर्सनली है वो ਆਪਾਂ we need to raise ourselves, ਆਪਾਂ ਨੂੰ ਉੱਪਰ ਉੱਠਣਾ ਪੈਣਾ ਵੀ ਵੱਡੀ ਬੈਕ ਪਿਕਚਰ ਤੇ ਕੀ ਹੋ ਰਿਹਾ ਹੈ ਓਵਰ ਦੀ ਇਅਰਸ। ਦੀ ਜਿਹੜੀਆਂ ਫਾਇਰ ਹੈ ਸੀਜ਼ਨ ਨੇ ਜਿਹੜੇ ਪ੍ਰੋਲੋਂਗ ਹੋ ਰਹੇ ਨੇ, ਹੀਟ ਵੇਵ ਲੰਮੀ ਹੋ ਰਹੀ ਹੈ ਤੇ ਜਿਵੇਂ ਕਿ ਇਸ ਲੈਵਲ ਦੇ ਫਾਇਰ ਵਾਲੇ ਕਹਿ ਰਹੇ ਨੇ ਵੀ ਉਹ ਉਹਨਾਂ ਨੇ ਇਸ ਕਰੋਨਾ ਵਾਇਰਸ ਕਰਕੇ ਇਸ ਸਾਲ ਉਹਨਾਂ ਨੇ ਉਹ ਜਿਹੜੀਆਂ ਗਰਾਊਂਡ ਫਲੋਰ ਹੈ ਜਿਹੜਾ ਫੋਰੈਸਟ ਫਲੋਰਸ ਹੈਗੇ ਨੇ ਉਹਨਾਂ ਨੂੰ ਨਹੀਂ ਕਲੀਨ ਕੀਤਾ, ਛੋਟੀ ਬ੍ਰਸ਼ ਹੈ ਜਿਹੜੀ ਉਹਨੂੰ ਕੋਲ ਫਾਇਰ ਲਾ ਕੇ ਬੰਦ ਨਹੀਂ ਕੀਤਾ। ਪਰ ਮੇਰੇ ਵਾਸਤੇ ਕੋ ਆਈ ਥਿੰਕ ਵੀ ਨੀਡ ਟੂ ਰੇਜ਼ ਆਵਰਸੈਲਵਸ ਆਲਮੋਸਟ 50,000 ਫੁੱਟ ਤੇ ਜਾਣਾ ਪੈਣਾ ਜਿੱਥੇ ਕਿ ਆਪਾਂ ਕਲਾਈਮੇਟ ਚੇਂਜ ਦੀ ਗੱਲ ਕੀਤੀ ਕਰੀਏ ਜੀ। ਉਹਦੇ ਵਿੱਚ ਜਿਹੜੀ ਕਾਫੀ ਸਾਲਾਂ ਤੋਂ ਈਵਨ ਸਾਇੰਟੀਫਿਕ ਕਮਿਊਨਿਟੀ ਦੇ ਵਿੱਚ ਵੀ ਦੋ ਸਪਲਿਟ ਹੋਏ ਨੇ ਇਹਦੇ ਵਿੱਚ ਵੀ ਕੋਈ ਬਿਲੀਵ ਕਰਦੇ ਨੇ ਉਹਨੂੰ ਸਟਰੋਂਗਲੀ, ਕੁਛ ਨਹੀਂ ਬਿਲੀਵ ਕਰਦੇ। ਪਰ ਆਪਾਂ ਅੱਜ ਇੱਥੇ ਬੈਠੇ ਦੇਖ ਰਹੇ ਹਾਂ ਵੀ ਇਹਦਾ ਇਫੈਕਟ ਰੀਅਲ ਹੈ, ਰਿਐਲਿਟੀ ਹੈਗੀ ਹੈ। ਸੋ ਇਸ ਕਰਕੇ ਮੇਰਾ ਜਿਹੜਾ ਫੋਕਸ ਹੈ ਇਹਦੇ ਵਿੱਚ ਆਈ ਥਿੰਕ ਇਥੋਂ ਲੈਸਨ ਲਰਨ ਹੈ ਉਹ ਇਹੀ ਹੈ ਕਿ ਆਪਾਂ ਕਿਉਂ ਇਹ ਟ੍ਰਿਗਰ ਪੁਆਇੰਟਸ ਹੈਗੇ ਨੇ, ਇਹ ਇੱਕ ਇਵੈਂਟਸ ਹੈਗੇ ਨੇ ਜਿਹਦੇ ਵਿੱਚ ਆਪਾਂ ਨੂੰ ਇਹ ਰਿਮਾਈਂਡਰ ਦਿੰਦੇ ਨੇ ਕਿ ਤੁਸੀਂ ਜਿਹੜੀ ਆਪਣੀ ਅਰਥ ਹੈ, ਆਪਣਾ ਐਟਮੋਸਫੇਅਰ, ਆਪਣੀ ਇਨਵਾਇਰਨਮੈਂਟਲ ਪ੍ਰੋਟੈਕਸ਼ਨ ਹੈਗੀ ਹੈ ਉਹਦੇ ਤੇ ਹੋਰ ਫੋਕਸ ਕੀਤਾ ਜਾਵੇ। ਹਾਲਾਂਕਿ ਕੈਲੀਫੋਰਨੀਆ ਸ਼ੁਰੂ ਤੋਂ ਹੀ ਬੜੀ ਇੱਕ ਲੀਡਿੰਗ ਐਜ ਤੇ ਰਹੀ ਹੈ ਫॉर एनवायरमेंटलिस्ट कहूं ਜਾਂ ਇਹ एनवायरमेंटल प्रोटेक्शन ਨੇ ਇਕੋ फ्रेंडली स्टेट ਕਿਹਾ ਜਾਂਦਾ ਇਹਨੂੰ। तो ਉਹਦੇ ਤੇ ਬਲੇਮ ਵੀ ਲੱਗਦੇ ਨੇ ਕਈ ਸਫਾ ਦੇ ਵਿੱਚ। ਉਸ ਕਾਰਨ ਹੁਣ ਵੀ ਆ ਜਾ ਰਿਹਾ ਵੀ ਇਹ ਕੈਲੀਫੋਰਨੀਆ ਵਿੱਚ ਤਾਂ ਹੋਇਆ ਕਿਉਂਕਿ ਇਹ ਇਹਨਾਂ ਦੀ ਜਿਹੜੀ एनवायरमेंटल ਪॉलिਸੀਜ਼ ਨੇ ਉਹਨਾਂ ਨੇ ਇਹ ਟ੍ਰਿਗਰ ਕੀਤਾ। ਸੋ ਮੈਂ ਤਾਂ ਇਹੀ ਕਹਾਂਗਾ ਵੀ ਆਪਣੀ ਜਿਹੜੀ ਡਿਸਕਸ਼ਨ ਹੈ ਇਸ ਟੌਪਿਕ ਦੇ ਉੱਤੇ ਇਸ ਜਿਹੜੇ ਫੈਕਟਸ ਤੇ ਫਿਗਰਸ ਹੈਗੇ ਨੇ ਹੁਣ ਉਹ ਤਾਂ ਦੇਖ ਹੀ ਰਹੇ ਨੇ ਵੀ ਮਿਲੀਅਨ ਏਕੜਸ ਤੱਕ ਅੱਗ ਲੱਗ ਚੁੱਕੀ ਹੈ ਤੇ ਬੜੀਆਂ ਯੂਨੀਕ ਸਿਚੁਏਸ਼ਨ ਦੇ ਵਿੱਚ ਲੱਗਾ ਇਹ ਅੱਗ। ਪਰ ਆਪਾਂ ਗਲੋਬਲ এনवायरमेंट ਜਾਂ ਗਲੋਬਲ ਚੇਂਜ ਜਾਂ ਕਲਾਈਮੇਟ ਚੇਂਜ ਦੇ ਉੱਤੇ ਫੋਕਸ ਕਰੀਏ ਤਾਂ ਉਹ ਆਈ ਥਿੰਕ ਅੱਜ ਡਿਸਕਸ਼ਨ ਜਿਹੜੀ ਹੈ ਬਹੁਤ ਮੀਨਿੰਗਫੁਲ ਹੋਏਗੀ। ठीक है गैरी साहब, हुण एक अहम सवाल मैं तुहाडे तो शुरू करांगा क्योंकि जिवें तुसीं कहा हैगा और चीमा साहब ने भी कहा हैगा कि एक तरह का ट्रिगर हुण सामने आ गया है और जिवें तुसीं कहा सीगा कि लगातार आंकड़ा साल दर साल वधदा जा रहा है ते हुण सरकारां इंतजार किस चीज़ दा कर रहीआं ने कि ये जिहड़ा मिलियंस तक आंकड़ा पहुंच जाए, इसदा कोई हल ठोस हल नहीं निकल सकदा कि हर साल लोकां नूं ਇਹ ਜਿਹੜੇ ਏਰੀਆਜ਼ ਹੈਗੇ ਨੇ, ਜਿਹੜੇ ਇਲਾਕੇ ਹੈਗੇ ਜਿੱਥੇ ਅੱਗਾਂ ਬਹੁਤ ਜ਼ਿਆਦਾ ਲੱਗਦੀਆਂ ਨੇ, ਉਹਨਾਂ ਨੂੰ ਡਰ ਦੇ ਸਾਏ ਹੇਠ ਹੀ ਜੀਣਾ ਪਏਗਾ। ਸੋ ਭਾਜੀ ਗੱਲ ਇਹ ਵੀ ਹੈ ਕਿ ਸਿਚੁਏਸ਼ਨ ਇਹ ਵੀ ਬਣਦੀ ਆ ਕਿ ਆਪਾਂ ਕਹਿੰਦੇ ਆ ਨਾ ਕਿ ਇੱਕ ਏਰੀਆ 'ਚ ਲੱਗਦੀ ਆ, ਪਰ ਹੁਣ ਸਿਚੁਏਸ਼ਨ ਜੇ ਤੁਸੀਂ ਹੁਣ ਇਸ ਵੇਲੇ ਮੈਪ ਦੇਖੋਗੇ ਕੈਲੀਫੋਰਨੀਆ ਦਾ ਤਾਂ ਦੇਖਦੇ ਆ ਕਿ ਅੱਗ ਕਿੱਥੇ ਕਿੱਥੇ ਲੱਗੀ ਆ। ਪਰ ਓਨੈਸਟਲੀ ਇਹ ਦੇਖੋ ਕਿ ਇਸ ਵੇਲੇ ਅੱਗ ਤੁਸੀਂ ਇਹ ਸੋਚੋ ਕਿੱਥੇ ਨਹੀਂ ਲੱਗੀ ਕਿ ਮੈਪ ਇਸ ਵੇਲੇ ਸਾਰਾ ਹੀ ਭਰਿਆ ਹੋਇਆ ਹੈ। ਸੋ ਇਸ ਸਾਲ ਤਾਂ ਅਨਫੋਰਚੂਨੇਟਲੀ ਆਲਰੇਡੀ ਇੰਨਾ ਇਸ਼ੂ ਚੱਲ ਰਿਹਾ ਕੋਵਿਡ ਦਾ ਕਰਕੇ। ਸੋ ਜਿਹੜੀ ਆਪਣੀ ਫਾਇਰ ਕੰਟਰੋਲਸ ਜਾਂ ਸਪਰੈਸ਼ਨ ਸਿਸਟਮ ਜੋ ਵੀ ਹੈਗੇ ਸੀ ਇਨ ਆਰਡਰ ਉਹ ਕੋਈ ਵੀ ਇਹਨਾਂ ਨੇ ਫਾਲੋ ਨਹੀਂ ਕੀਤਾ। ਤਾਂ ਆਹੀ ਚੀਜ਼ ਦਾ ਇਸ ਸਾਲ ਉੱਦਾਂ ਵੀ ਡਰ ਸੀ ਕਿ ਜੇ ਇੱਦਾਂ ਦੀ ਕੋਈ ਵੀ ਚੀਜ਼ ਸ਼ੁਰੂ ਹੋ ਜਾਂਦੀ ਕਿ ਉਹਨੂੰ ਕੰਟਰੋਲ ਕਰਨਾ ਬਹੁਤ ਔਖਾ ਆ। ਐਂਡ ਹੁਣ ਡੈਫੀਨਿਟਲੀ ਇਹ ਇੱਕ ਲੈਸਨ ਹੋਣਾ ਚਾਹੀਦਾ ਆਪਣੇ ਸਾਰੀ ਗਵਰਨਮੈਂਟ ਸਟੇਟ ਏਜੰਸੀਆਂ ਲਈ, ਫੈਡਰਲ ਏਜੰਸੀਆਂ ਲਈ ਅੰਡਰਸਟੈਂਡ ਕਰਨਾ ਚਾਹੀਦਾ ਕਿ ਜਿਹੜਾ ਪ੍ਰੋਐਕਟਿਵ ਅਪਰੋਚ ਆ ਉਹਨਾਂ ਨੂੰ ਅਪਣਾਉਣਾ ਪੈਣਾ ਹੀ ਆ ਜੋ ਬਹੁਤ ਜਲਦੀ ਪੱਕੇ। ਨਹੀਂ ਤਾਂ ਅੱਗੇ ਤਾਂ ਚਲੋ ਆਪਾਂ ਜੇ ਸੋਚ ਰਹੇ ਹਾਂ ਕਿ ਹਨਾ ਮੋਸਟਲੀ ਫੋਰੈਸਟ 'ਚ ਲੱਗਦੀਆਂ ਜਾਂ ਜੰਗਲਾਂ 'ਚ ਲੱਗਦੀਆਂ ਜਾਂ ਏਰੀਆ ਜਿਹੜੇ ਹਨਾ ਇੰਨੀ ਆਬਾਦੀ ਨਹੀਂ ਹੈਗੀ, ਪਰ ਇਹ ਬਿਲਕੁਲ ਜੇ ਇੱਦੀ ਆਬਾਦੀ ਰਹੀ ਹਮੇਸ਼ਾ ਆਪਣੇ ਜਿਹੜੇ ਸਬਰਬਸ ਆ ਜਿੱਥੇ ਨਾ ਬਥੇਰੀ ਆਬਾਦੀ ਆ ਉੱਥੇ ਵੀ ਆਈ ਜਾਣੀ ਆ ਤਾਂ ਫਿਰ ਜ਼ਿਆਦਾ ਲਾਸ ਹੋਰ ਜ਼ਿਆਦਾ ਹੋ ਜਾਣਾ ਕਿ ਇਕੱਲਾ ਆਪਣਾ ਐਨੀਮਲਸ ਜਾਂ ਫੋਰੈਸਟ ਦਾ ਲਾਸ ਨਹੀਂ ਹੋਣਾ, ਇਹਦੇ ਵਿੱਚ ਲਾਸ ਜਿਹੜਾ ਆ ਹਿਊਮਨ ਲਾਈਵਸ ਐਂਡ ਸਟਰਕਚਰਸ ਜਿਹੜੇ ਆਪਣੇ ਆ ਜਾਂ ਆਪਣੇ ਪਿੰਡ ਜਾਂ ਸਿਟੀਜ਼ ਜਿਹੜੀਆਂ ਆ ਉਹ ਵੀ ਲਾਸ ਹੋ ਸਕਦੀਆਂ ਆ। ਸੋ ਡੈਫੀਨਿਟਲੀ ਵੀ ਨੀਡ ਟੂ ਥਿੰਕ ਅਬਾਊਟ ਇਟ। बिल्कुल गैरी जी, लॉस हो नहीं सकती, लॉस जा रही है, घाटा तो हो रहा है।
ਕਿਉਂਕਿ ਲਗਾਤਾਰ ਇਹ ਜਿਹੜੀ ਨੇ ਛੋਟੇ ਜਿਹੜੇ ਪਿੰਡ ਨੇ ਉਹ ਤਾਂ ਅੱਗ ਦੀ ਭੇਟ ਚਾੜ ਹੀ ਚੁੱਕੇ ਨੇ ਔਰ ਇਹ ਲਗਾਤਾਰ ਹੁਣ ਸ਼ਹਿਰਾਂ ਵੱਲ ਅੱਗ ਵੱਧਦੀ ਜਾ ਰਹੀ ਹੈ ਔਰ ਅਗਰ ਅਸੀਂ ਹੋਰ ਇੰਤਜ਼ਾਰ ਕੀਤਾ ਸਾਲ ਦਰ ਸਾਲ ਇਹ ਜਿਹੜੀ ਅੱਗ ਹੈਗੀ ਹੈ ਸ਼ਹਿਰਾਂ ਤੱਕ ਵੀ ਪਹੁੰਚਣ ਵਿੱਚ ਦੇਰ ਨਹੀਂ ਲਗਾਏਗੀ ਔਰ ਅਗਲੇ ਸਾਲ ਹੋ ਸਕਦਾ ਹੈ ਕਈ ਐਸੇ ਸ਼ਹਿਰ ਇਸੇ ਲਪੇਟ ਵਿੱਚ ਆ ਜਾਣ ਕਿ ਉਦੋਂ ਸਰਕਾਰ ਜਾਗੇਗੀ ਕਿਉਂਕਿ ਹਮੇਸ਼ਾ ਮੰਨਿਆ ਜਾਂਦਾ ਹੈ ਕਿ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਇਹ ਤਾਂ ਅਜਿਹੀਆਂ ਸਰਕਾਰਾਂ ਨੇ ਕਿ ਕੋਈ ਵੀ ਕਦਮ ਕੋਈ ਵੀ ਹਾਦਸਾ ਬਾਅਦ ਚ ਪਹਿਲਾਂ ਹੀ ਕਦਮ ਚੁੱਕ ਲੈਂਦੀਆਂ ਨੇ ਪਰ ਇੱਥੇ ਜਦੋਂ ਅੱਗ ਦੀ ਗੱਲ ਆਉਂਦੀ ਹੈ ਤਾਂ ਕਿਉਂ ਸਰਕਾਰਾਂ ਚੁੱਪ ਬੈਠ ਜਾਂਦੀਆਂ ਨੇ ਮੇਰੇ ਹਿਸਾਬ ਨਾਲ ਇਹ ਸਟਰਗਲ ਹੋ ਜਾਂਦੀ ਹੈ ਭਾਜੀ ਇਹਦੇ ਵਿੱਚ ਸਿਚੁਏਸ਼ਨ ਇਹ ਹੈ ਕਿ ਇੱਕ ਪਾਸੇ ਤਾਂ ਗਵਰਨਮੈਂਟ ਸੋਚ ਰਹੀ ਹੈ ਕਿ ਡੈਫੀਨਿਟਲੀ ਆਪਾਂ ਨੂੰ ਕੁਝ ਪ੍ਰੋਐਕਟਿਵ ਅਪਰੋਚ ਕਰਨਾ ਚਾਹੁੰਦਾ ਹੈ ਦੂਸਰੇ ਪਾਸੇ ਜਿੱਦਾਂ ਚੀਮਾ ਭਾਜੀ ਨੇ ਕਿਹਾ ਸੀ ਕਿ ਇਹ ਸਟਰਗਲ ਹੋ ਜਾਂਦੀ EPA ਦੇ ਨਾਲ ਜਾਂ এনवायरमेंटਲਿਸਟ ਦੇ ਨਾਲ ਜਿਹੜੇ ਕਹਿੰਦੇ ਆ ਕਿ ਤੁਸੀਂ ਜਿਹੜੀਆਂ ਅੱਗਾਂ ਜਿਹੜੀਆਂ ਆ ਜਾਂ ਇਹਨਾਂ ਨੂੰ ਸਪਰੈਸ਼ਨ ਨਾ ਕਰੋ ਬਿਕਾਜ਼ ਉਹ এনवायरमेंट ਨੂੰ ਹਰਟ ਕਰਦੀਆਂ ਜਾਂ ਫੋਰੈਸਟ ਨੂੰ ਹਰਟ ਕਰਦੀਆਂ ਜਾਂ ਐਨੀਮਲਸ ਨੂੰ ਇਸ਼ੂਜ਼ ਆ ਸੋ ਇਹ ਦੋ ਪਾਸੇ ਹਮੇਸ਼ਾ ਸਟਰਗਲ ਚੱਲ ਰਹੀ ਆ ਕਿ ਕਿਹੜਾ ਬੈਸਟ ਸੋਲੂਸ਼ਨ ਆ ਅਨਫੋਰਚੂਨੇਟਲੀ ਜਿੱਦਾਂ ਆਪਾਂ ਦੇਖ ਰਹੇ ਆ ਕਿ ਅੱਗਾਂ ਜਿਹੜੀਆਂ ਵੱਧ ਰਹੀਆਂ ਆ I don't know ਕਿ ਜਿਹੜਾ ਸੋਲੂਸ਼ਨ ਹਾਲੇ ਤੱਕ ਲੱਭਿਆ ਗਿਆ ਆ ਕਿ ਉਹ honestly ਉਹ ਕਰੈਕਟ ਸੋਲੂਸ਼ਨ ਆ ਆਪਾਂ ਨੂੰ ਡੈਫੀਨਿਟਲੀ ਪ੍ਰੋਐਕਟਿਵਲੀ ਕੁਛ ਨਾ ਕੁਛ ਕਰਨਾ ਹੀ ਪੈਣਾ ਆ ਨਹੀਂ ਤਾਂ ਬੇਸਿਕਲੀ ਜਿੱਦਾਂ ਤੁਸੀਂ ਹੁਣੇ ਕਿਹਾ ਆ ਕਿ ਬਹੁਤ ਘੱਟ ਜਗ੍ਹਾ ਬਚ ਜਾਣੀ ਹੈ ਜਿੱਥੇ ਆ ਨਾ ਆਪਾਂ ਨੂੰ ਡਿਸਟਰਕਸ਼ਨ ਨਹੀਂ ਹੋਣੀ ਬਿਲਕੁਲ ਬਿਲਕੁਲ ਹੈਰੀ ਜੀ ਤੁਹਾਡੇ ਤੋਂ ਵੀ ਅਸੀਂ ਜਾਣਨਾ ਚਾਹਾਂਗੇ ਕਿਉਂਕਿ ਲਗਾਤਾਰ ਦੇਖੋ ਜਦੋਂ ਅੱਗ ਲੱਗਦੀ ਹੈ ਤਾਂ ਦੋ ਤਿੰਨ ਚੀਜ਼ਾਂ ਨਿਕਲ ਕੇ ਬਹੁਤ ਬੁਰੀ ਤਰ੍ਹਾਂ ਨਾਲ ਸਾਹਮਣੇ ਆਉਂਦੀਆਂ ਜਿਹੜੀ ਧਰਤੀ ਦੀ ਤਪਸ਼ ਹੈ ਉਹ ਹੋਰ ਕਈ ਗੁਣਾ ਵੱਧ ਜਾਂਦੀ ਹੈ ਇਸ ਤੋਂ ਇਲਾਵਾ ਪੋਲਿਊਸ਼ਨ ਬਹੁਤ ਕਈ ਗੁਣਾ ਵੱਧ ਜਾਂਦਾ ਹੈ ਲੋਕਾਂ ਦਾ ਕੰਮ ਬਿਲਕੁਲ ਠੱਪ ਹੋ ਕੇ ਰਹਿ ਜਾਂਦਾ ਹੈ ਲੋਕ ਸੜਕਾਂ ਤੇ ਆ ਜਾਂਦੇ ਹੈ ਅਜਿਹੇ ਵਿੱਚ ਜਿਹੜੇ ਸੋਸ਼ਲ ਵਰਕਰਸ ਹੁੰਦੇ ਆ ਉਹਨਾਂ ਦੀ ਬਹੁਤ ਵੱਡੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਜਿਹੜੀਆਂ ਸੁਸਾਇਟੀਆਂ ਹੁੰਦੀਆਂ ਨੇ ਉਹਨਾਂ ਦੀ ਬਹੁਤ ਵੱਡੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਕਿ ਕਿਸ ਤਰ੍ਹਾਂ ਲੋਕਾਂ ਦੀ ਮਦਦ ਕੀਤੀ ਜਾਏ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਭੁਪਿੰਦਰ ਜੀ ਪਹਿਲਾਂ ਤਾਂ ਕੋਵਿਡ ਦਾ ਪਹਿਲਾਂ ਹੀ ਦੌਰ ਚੱਲ ਰਿਹਾ ਕਿ ਵੀ ਸਾਨੂੰ ਪ੍ਰੋਬਲਮ ਆਉਂਦੀ ਹੈ ਕਿ ਪਿੱਛੇ ਜਦੋਂ ਕੋਵਿਡ ਚ ਅਸੀਂ ਆਮ ਜਨਤਾ ਦੀ ਰੀਤੀ ਆ ਸਾਨੂੰ ਵਲੰਟੀਅਰ ਦੀ ਬਹੁਤ ਪ੍ਰੋਬਲਮ ਆਈ ਆ ਤੇ ਹੁਣ ਵੀ ਜਿਹੜੀਆਂ ਕਾਲਸ ਨੇ ਅਸੀਂ ਸਾਲਵੇਸ਼ਨ ਆਰਮੀ ਜਿਹੜੀ ਹੈਗੀ ਆ ਫਰੰਟ ਲਾਈਨ ਤੇ ਜਿਹੜੀ ਪ੍ਰੋਵਾਈਡ ਕਰਦੀ ਆ ਹੈਲਪ ਇਹਨਾਂ ਨੂੰ ਫਾਇਰ ਫਾਈਟਰਾਂ ਨੂੰ ਤੇ ਉਹਨਾਂ ਦੀ ਆਲਰੇਡੀ ਸਾਨੂੰ ਕਾਲ ਆਉਣੀ ਸ਼ੁਰੂ ਹੋ ਗਈਆਂ ਨੇ ਤੇ ਕੁਝ ਉਪਰਾਲੇ ਕਰਨੇ ਅਸੀਂ ਆਲਰੇਡੀ ਸ਼ੁਰੂ ਕਰ ਦਿੱਤੇ ਨੇ ਕੱਲ 6 ਮਿਨਟੀ ਨੇ ਵਲਿਓਹੋ ਦੇ ਵਿੱਚ 100 ਫਾਇਰ ਫਾਈਟਰ ਨੂੰ ਜਿਹੜਾ ਹੈਗਾ ਹੌਟ ਮੀਲਸ ਦਿੱਤੇ ਨੇ ਤੇ ਦੂਸਰਾ ਜਿਹੜਾ ਹੈਗਾ ਇਹ ਪਹਿਲੇ ਦਿਨ ਨੇ ਜਿਵੇਂ ਇਹ ਜਿਹੜੀ ਪਹਿਲਾਂ ਅੱਗ ਬਾਰੇ ਗੱਲ ਕਰੀਏ ਦੇਖੋ ਕੈਲੀਫੋਰਨੀਆ ਬਹੁਤ ਵੱਡਾ ਸੂਬਾ ਜੀ ਲਾਰਜੈਸਟ ਸਟੇਟ ਹੈਗਾ 1,64,000 ਸਕੁਅਰ ਮਾਈਲ ਦਾ ਇਹ ਇਲਾਕਾ ਹੈਗਾ ਤੇ ਪਾਪੂਲੇਸ਼ਨ ਵੀ ਸਾਰਿਆਂ ਨਾਲੋਂ ਜ਼ਿਆਦਾ ਹੈਗੀ ਹੈ 40 ਮਿਲੀਅਨ ਜੀ ਤੇ ਰੇਨ ਦੇਖੀਏ ਤੇ ਉਹ ਡਰਾਈਨੈਸ ਬਹੁਤ ਜ਼ਿਆਦਾ ਹੈਗੀ ਆ ਜਿਹੜੇ ਸੀਰਾ ਦੇ ਫੁੱਟਹਿਲਸ ਨੇ ਜਾਂ ਜਿਹੜੀਆਂ ਰੇਂਜਸ ਨੇ ਸਮੁੰਦਰ ਦੇ ਨਾਲ ਇਹ ਇੱਥੇ ਘਾਹ ਫੂਸ ਤੇ ਝਾੜੀਆਂ ਬਹੁਤ ਤੇ ਉਸ ਕਰਕੇ ਇੱਥੇ ਜਿਹੜੇ ਅੱਗ ਲੱਗਣ ਦੇ ਚਾਂਸਸ ਨੇ ਜਿਹੜੀ ਹੁਣ ਅੱਗ ਲੱਗੀ ਆ ਇਹ ਅੱਗ ਜਿਹੜੀਆਂ ਪੁਰਾਣੀਆਂ ਅੱਗਾਂ ਸੀਗੀਆਂ ਉਹ ਜਿਵੇਂ ਸਨੋਮਾ ਨੈਪਾ ਦੇ ਵਿੱਚ ਬਲੇਮ ਕੀਤਾ ਗਿਆ ਸੀ ਕਿ ਵੀ ਉਹ ਜਿਹੜੀ ਹੈਗੀ ਆ ਬਿਜਲੀ ਜਿਹੜੀ ਇਲੈਕਟ੍ਰਿਸਿਟੀ ਵਾਇਰਸ ਨੇ ਉਹ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗੀ ਸੀ ਪਰ ਜਿਹੜੀ ਹੁਣ ਮੌਜੂਦਾ ਅੱਗ ਲੱਗੀ ਹੈ ਕੈਲੀਫੋਰਨੀਆ 'ਚ ਉਹ ਹੈਗੀ ਆ ਜਿਹੜੀ ਆਪਣੀ ਬਿਜਲੀ ਡਿੱਗੀ ਆ ਜਿਹਨੂੰ ਲਾਈਟਨਿੰਗ ਸਟ੍ਰਾਈਕ ਕਹਿੰਦੇ ਨੇ ਤੇ ਅੱਗਾਂ ਦਾ ਨਾਂ ਵੀ ਇਹਨੂੰ ਕਿਹਾ ਗਿਆ ਕਿ ਲਾਈਟਲੈਕਸ ਫਾਇਰਸ ਨੇ ਤੇ ਇਹ ਕੁਦਰਤੀ ਲੱਗੀਆਂ ਨੇ ਇਹ ਕਿਸੇ ਦੀ ਮੇਰੇ ਖਿਆਲ 'ਚ ਗਲਤੀ ਨਾਲ ਨਹੀਂ ਲੱਗੀਆਂ ਹੈਗੀਆਂ ਤੇ ਹੁਣ 1 ਮਿਲੀਅਨ ਤਕਰੀਬਨ ਜਿਹੜਾ ਹੈਗਾ ਜਲ ਰਿਹਾ ਹੈਗਾ ਕਲੋਜ਼ ਟੂ 1 ਮਿਲੀਅਨ ਇਹਨਾਂ ਨੂੰ ਅਲੱਗ-ਅਲੱਗ ਨਾਂ ਦਿੱਤੇ ਗਏ ਨੇ ਜਿਹੜੀਆਂ ਫਾਇਰਸ ਨੇ LNU ਦਿੱਤਾ ਗਿਆ ਜਿਹੜਾ ਨਾਰਦਰਨ ਬੇ ਹੈਗੀ ਆ ਸਨੋਮਾ ਤੇ ਵਿਲਿਓਵਲ ਜਿਹੜੀਆਂ ਨੈਪਾ ਕਾਉਂਟੀਜ਼ ਨੇ ਦੈਨ ਮੈਨੂੰ CSU ਫਾਇਰ ਦਿੱਤੀ ਹੈਗੇ ਆ ਜਿਹੜੀ ਹੈਗੀ ਆ ਸੈਂਟਾ ਕਲਾਰਾ ਈਸਟਰਨ ਜਿਹੜਾ ਹੈਗਾ ਏਰੀਆ ਐਲਾਮੀਡਾ ਮਕੀਨ ਕਾਉਂਟੀ ਸਟੈਨਲੌਸ ਕਾਉਂਟੀ ਤਕਰੀਬਨ 3 ਲੱਖ ਤੇ ਮੇਰੇ ਖਿਆਲ ਦੇ ਵਿੱਚ 50,000 ਏਕੜ ਨੂੰ ਜਿਹੜੀ ਹੈਗੀ ਆ ਲੱਗੀ ਹੋਈ ਹੈ ਜਿਹਦੇ ਵਿੱਚੋਂ ਤਕਰੀਬਨ 10% ਹੀ ਕੰਟੇਨ ਕੀਤੀ ਗਈ ਆ ਤੇ ਜਿਹੜੀ ਤੀਜੀ ਵੱਡੀ ਫਾਇਰ ਆ
ਉਹ ਹੈਗੀ ਆ ਸੈਂਟਾ ਕਰੂਜ਼, ਜਿਹੜੀਆਂ ਸੈਨ ਮੈਟੇਓ ਕਾਉਂਟੀਜ਼ ਨੇ, ਤੇ ਉਹ ਤਕਰੀਬਨ ਅੱਜ ਸਵੇਰੇ ਦੇਖ ਰਹੇ ਸੀਗੇ ਤਕਰੀਬਨ 75,000 ਏਕੜ ਨੂੰ ਲੱਗੀ ਹੋਈ ਹੈ, ਜਿਹਦੇ ਵਿੱਚੋਂ ਅਜੇ 5% ਕੰਟੇਨ ਹੋਈ ਆ। ਤੇ ਇਹਦੇ ਇਸ ਵਰਗੀਆਂ 12 ਤਕਰੀਬਨ ਹੋਰ ਅੱਗਾਂ ਨੇ ਜਿਹੜੀਆਂ ਛੋਟੀਆਂ ਛੋਟੀਆਂ, ਕੋਈ 10,000 ਏਕੜ ਨੂੰ ਲੱਗੀ ਹੋਈ ਆ। ਤੇ ਜਿਹੜੇ ਰਿਸੋਰਸਿਸ ਨੇ ਆਪਣੇ ਫਾਇਰ ਫਾਈਟਰਸ ਦੇ, ਉਹ ਇਸ ਤਰ੍ਹਾਂ ਨੇ ਕੈਲੀਫੋਰਨੀਆ 'ਚ। ਜਿਹੜੀ ਫਾਇਰ ਇਹਨੂੰ ਕੈਲ ਫਾਇਰ ਇੱਕ ਏਜੰਸੀ ਹੈਗੀ ਆ ਸਟੇਟ ਗਵਰਨਮੈਂਟ ਦੀ, ਤੇ ਫੈਡਰਲੀ ਫੰਡਡ ਵੀ ਹੈਗੀ ਆ, ਉਹ ਇਹਨੂੰ ਕੰਟਰੋਲ ਕਰਦੀ ਆ ਵਾਈਲਡ ਫਾਇਰਸ ਨੂੰ। ਤੇ ਜਿਹੜੀਆਂ ਬਾਕੀ ਦੀਆਂ ਲੋਕਲ ਫਾਇਰ ਡਿਪਾਰਟਮੈਂਟਸ ਹੁੰਦੀਆਂ ਨੇ, ਉਹ ਜਿਹੜੀਆਂ ਆਪਣੀ ਸ਼ਹਿਰ ਦੀ ਸਟਰਕਚਰਸ ਨੇ, ਘਰਾਂ ਦੀ ਸਟਰਕਚਰ ਨੇ, ਉਹਨਾਂ ਲਈ ਬੁਝਾਉਣ ਲਈ ਉਹ ਕਾਰਾਗਰ ਹੁੰਦੇ ਨੇ। ਤੇ ਹੁਣ ਰਿਸੋਰਸਿਸ ਜਿਹੜੇ ਪਿੱਛੋਂ ਨੇ ਘੱਟ ਨੇ, ਮੈਨ ਪਾਵਰ ਵੀ, ਤੇ ਇਹ ਵੀ ਇੱਕ ਫੈਕਟਰ ਲਿਆ ਜਾਂਦਾ ਹੈ। ਤੇ ਇਸ ਤਰ੍ਹਾਂ ਹੈਗਾ ਕਿ ਹੁਣ ਸਾਨੂੰ ਕਾਲ ਆਉਣੀ ਸ਼ੁਰੂ ਹੋ ਗਈ ਨੇ 6 ਕਮਿਊਨਿਟੀ ਨੂੰ, ਹੋਰ ਵੀ ਸੰਸਥਾਵਾਂ ਨੂੰ, ਕਿ ਵੀ ਤੁਸੀਂ ਰੈਡੀ ਹੋ ਜਾਓ। ਤੇ ਕਿਸੇ ਟਾਈਮ ਵੀ ਤੁਹਾਨੂੰ ਅਸੀਂ ਕਹਿ ਸਕਦੇ ਹਾਂ ਕਿ ਵੀ ਤੁਸੀਂ ਆ ਕੇ ਫਰੰਟ ਲਾਈਨ ਤੇ, ਜਿਵੇਂ ਅਸੀਂ ਪਹਿਲਾਂ ਵੀ 2017 ਦੇ ਵਿੱਚ, 18 ਦੇ ਵਿੱਚ, ਪਹਿਲਾਂ 17 ਸਨੋਮਾ ਦੀ ਫਾਇਰ ਦੇ ਵਿੱਚ ਅਸੀਂ ਮਦਦ ਕੀਤੀ ਸੀਗੀ, ਫੂਡ ਦੀ, ਕੱਪੜਿਆਂ ਦੀ। ਫਿਰ ਅਸੀਂ ਕੈਂਪ ਫਾਇਰ ਜਿਹੜੀਆਂ ਪੈਰਾਡਾਈਜ਼ ਦੇ ਵਿੱਚ ਲੱਗੀਆਂ ਸੀਗੀਆਂ, ਉੱਥੇ ਅਸੀਂ ਫੂਡ ਦੀ, ਤੇ ਬਾਅਦ ਵੀ ਰੀਹੈਬਿਲਿਟੇਸ਼ਨ ਜਿਹੜਾ ਸੀਗਾ ਲਗਾਤਾਰ ਚੱਲਦਾ ਰਿਹਾ ਤੇ ਫਾਇਰ ਤੋਂ ਬਾਅਦ। ਠੀਕ ਹੈ, ਜੇਕਰ 6 ਫॉर ਹਿਊਮੈਨਿਟੀ ਦੀ ਅਸੀਂ ਗੱਲ ਕਰੀਏ ਜਾਂ ਇਸ ਤਰ੍ਹਾਂ ਦੀਆਂ ਹੋਰ ਕਈ ਸੁਸਾਇਟੀਜ਼ ਦੀ ਗੱਲ ਕਰੀਏ, ਤਾਂ ਤੁਸੀਂ ਇਲਾਕਿਆਂ ਦੀ ਚੋਣ ਕਿਵੇਂ ਕਰਦੇ ਹੋ ਕਿ ਇਸ ਇਲਾਕੇ ਵਿੱਚ ਮਦਦ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਲੇਕਿਨ ਇਸ ਇਲਾਕੇ ਜਿਹੜੇ ਲੋਕ ਨੇ ਹੋ ਸਕਦਾ ਹੈ ਉਹ ਆਪਣੇ ਆਪ ਗੁਜ਼ਾਰਾ ਕਰ ਲੈਣ? ਤਾਂ ਫਿਰ ਇਲਾਕਿਆਂ ਦੀ ਚੋਣ ਕਿਵੇਂ ਕਰਦੇ ਹੋ, ਔਰ ਕਿੰਨਾ ਸਮਾਨ ਤੁਸੀਂ ਇਕੱਠਾ ਭਿਜਵਾ ਸਕਦੇ? ਇਸ ਤਰ੍ਹਾਂ ਹੈਗਾ ਕਿ ਪਹਿਲਾਂ ਜਿਹੜੀ ਅੱਗ ਸੀਗੀ, ਜਿਹੜੀ ਪਹਿਲਾਂ 2017 ਦੇ ਵਿੱਚ ਜਾਂ 18 ਦੇ ਵਿੱਚ ਲੱਗੀਆਂ, ਉਹ ਸਾਡੇ ਤੋਂ ਤਕਰੀਬਨ 2 ਘੰਟੇ ਦੀ ਵਾਟ ਤੇ ਸੀਗੀਆਂ, 2-2.5 ਦੇ ਤੇ ਹੁਣ ਤਾਂ ਸਾਡੇ ਘਰ ਦੇ ਕੋਲ ਹੀ ਅੱਗ ਲੱਗੀ ਹੋਈ ਹੈ। ਸਾਡੇ ਇੱਥੋਂ ਜਿੱਥੇ ਵੀ ਮਾਊਂਟਨ ਹਾਊਸ ਰਹਿੰਦੇ ਆ, ਟ੍ਰੇਸੀ, ਜਿਵੇਂ ਮਟੀਕਾ ਤੋਂ ਤਕਰੀਬਨ 10-12 ਮੀਲ ਤੇ ਜਿਹੜੀ ਅੱਗ ਹੈਗੀ ਹੈ ਫੈਲੀ ਹੋਈ ਹੈ। ਤੇ ਚੋਣ ਵਾਈਜ਼ ਅਸੀਂ ਕੋਆਰਡੀਨੇਟ ਕਰਦੇ ਆ ਸਾਲਵੇਸ਼ਨ ਆਰਮੀ ਨਾਲ, ਰੈੱਡ ਕਰਾਸ ਨਾਲ। ਤੇ ਜਿੱਥੇ ਵੀ ਹੁਣ ਹੈਗਾ ਕਿ ਵੀ ਜਿਹੜੀ ਇਵੈਕੂਏਸ਼ਨਸ ਹੋਈਆਂ ਨੇ, ਇਵੈਕੂਏਸ਼ਨ ਨੈਕਸਟ ਉਹਨਾਂ ਨੂੰ ਕਿੱਥੇ ਰੱਖਣਾ, ਉਹਨਾਂ ਨੇ ਕਿੱਥੇ ਉਹਨਾਂ ਦੇ ਕੈਂਪਸ ਲੱਗਣੇ ਨੇ, ਜਾਂ ਉਹਨਾਂ ਨੂੰ ਹੋਟਲਾਂ 'ਚ ਭੇਜਣਾ। ਜਿਹੜੇ ਤਾਂ ਲੋਕ ਹੋਟਲਾਂ 'ਚ ਚਲੇ ਜਾਂਦੇ ਨੇ, ਤੇ ਫਿਰ ਬੇਸ ਕੈਂਪ ਜਿਹੜਾ ਹੈਗਾ, ਇਹ ਜਿਹੜੀਆਂ ਏਜੰਸੀਜ਼ ਨੇ ਆਪਣੇ ਰੈੱਡ ਕਰਾਸ, ਉਹ ਲਗਾਉਂਦੀਆਂ ਨੇ, ਤੇ ਉਹ ਸਾਡੇ ਨਾਲ ਫਿਰ ਕੋਆਰਡੀਨੇਟ ਕਰਦੀਆਂ ਨੇ ਕਿ ਵੀ ਉਹਨਾਂ ਨੂੰ ਕਿੰਨਾ ਸਮਾਨ ਚਾਹੀਦਾ ਹੈ, ਖਾਣ ਪੀਣ ਦਾ ਸਮਾਨ ਚਾਹੀਦਾ ਹੈ, ਕਿੱਦਾਂ ਦੇ ਕੱਪੜੇ ਚਾਹੀਦੇ ਨੇ, ਹੈ ਨਾ। ਤੇ ਉਹ ਫਿਰ ਅਸੀਂ ਕਮਿਊਨਿਟੀ ਦੇ ਨੂੰ ਅਨਾਉਂਸ ਕਰਕੇ, ਅਸੀਂ ਇੱਥੇ ਲੋਕਲ ਲੈਵਲ ਤੇ, ਹਰ ਸ਼ਹਿਰ ਦੇ ਲੈਵਲ ਤੇ, ਗੁਰੂ ਘਰਾਂ ਦੇ ਨਾਲ ਮਿਲ ਕੇ, ਜਿੰਨੇ ਵੀ ਗੁਰੂ ਘਰ ਨੇ ਸਾਡੇ ਇੱਥੇ ਇਲਾਕੇ ਦੇ ਵਿੱਚ, ਉਹਨਾਂ ਦੇ ਸਹਿਯੋਗ ਨਾਲ ਅਨਾਉਂਸਮੈਂਟਸ ਕਰਕੇ ਅਸੀਂ, ਤੇ ਫਿਰ ਉਹਨੂੰ ਅਸੀਂ ਕਰਦੇ ਆ ਜਿੱਥੇ ਵੀ ਲੋੜ ਹੁੰਦੀ ਹੈ। ਠੀਕ ਹੈ, ਅਮਰਿਤ ਚੀਮਾ ਜੀ, ਇਸ ਕੁਝ ਮਿਲਦਾ ਮੈਂ ਸਵਾਲ ਤੁਹਾਡੇ ਤੋਂ ਵੀ ਕਰਨਾ ਚਾਹਾਂਗਾ, ਕਿਉਂਕਿ ਕਈ ਲੋਕੀ ਡਿਪੈਂਡੈਂਟ ਹੋ ਜਾਂਦੇ ਨੇ ਕਿ ਸਾਨੂੰ ਦੂਜਿਆਂ ਤੋਂ ਮਦਦ ਮਿਲੇਗੀ। ਪਰ ਜਿਵੇਂ ਕਿ ਪਿਛਲੇ ਸਾਲ ਅਸੀਂ ਦੇਖਦੇ ਸੀਗੇ ਕਿ ਲੋਕ ਸ਼ੈਲਟਰ ਹੋਮਸ ਵਿੱਚ ਜਾ ਰਹੇ ਨੇ, ਸਰਕਾਰਾਂ ਵੱਲੋਂ ਪ੍ਰਬੰਧ ਕੀਤਾ ਜਾ ਰਿਹਾ, ਜਾਂ ਫਿਰ ਵੱਖ-ਵੱਖ ਸੁਸਾਇਟੀਜ਼ ਵੱਲੋਂ ਪ੍ਰਬੰਧ ਕੀਤਾ ਜਾ ਰਿਹਾ ਕਿ ਜਿਹੜੇ ਲੋੜਵੰਦ ਲੋਕ ਨੇ, ਜਿਨ੍ਹਾਂ ਨੂੰ ਘਰ ਆਪਣਾ ਛੱਡਣ ਤੇ ਮਜਬੂਰ ਹੋਣਾ ਪੈ ਰਿਹਾ, ਉਹਨਾਂ ਨੂੰ ਸ਼ੈਲਟਰ ਹੋਮਸ ਵਿੱਚ ਤਬਦੀਲ ਕਰ ਦਿੱਤਾ ਗਿਆ, ਵੱਖ-ਵੱਖ ਸਕੂਲਾਂ ਵਿੱਚ ਉਹਨਾਂ ਨੂੰ ਦਿੱਤਾ ਗਿਆ, ਜਾਂ ਫਿਰ ਵੱਖ-ਵੱਖ ਜਿਹੜੇ ਕੋਰਟਸ ਹੁੰਦੇ ਨੇ, ਵੱਡੇ ਹਾਲ ਹੁੰਦੇ ਨੇ, ਉਹ ਉੱਥੇ ਉਹਨਾਂ ਨੂੰ ਤਬਦੀਲ ਕਰ ਦਿੱਤਾ ਗਿਆ, ਉੱਥੇ ਭੇਜ ਦਿੱਤਾ ਗਿਆ, ਜਿੱਥੇ ਕਿ 100 ਬੰਦਾ ਜਿਹੜਾ ਹੈਗਾ ਸੀ 21 ਸ਼ੈਲਟਰ ਹੋਮ ਵਿੱਚ ਰਹਿ ਰਿਹਾ ਸੀ। ਪਰ ਇਸ ਸਾਲ ਜਿਹੜੀ ਹੈ ਕਹਾਣੀ ਕੁਝ ਦੂਸਰੇ ਪਾਸੇ ਲੈ ਕੇ ਜਾ ਰਹੀ ਹੈ, ਕਿਉਂਕਿ ਇੱਕ ਪਾਸੇ ਲੋਕ ਪਹਿਲਾਂ ਹੀ ਡਰੇ ਹੋਏ ਨੇ ਕਿ ਕੋਵਿਡ-19 ਦੇ ਅਸੀਂ ਸ਼ਿਕਾਰ ਨਾ ਹੋ ਜਾਈਏ, ਸਾਹਮਣੇ ਵਾਲਾ ਹੋ ਸਕਦਾ ਕੋਈ ਪੋਜ਼ਿਟਿਵ ਨਾ ਹੋਵੇ। ਪਰ ਅਜਿਹੇ ਵਿੱਚ 100 ਬੰਦਿਆਂ ਨੂੰ ਇੱਕੋ ਸ਼ੈਲਟਰ ਹੋਮ ਵਿੱਚ ਤਾਂ ਰੱਖਣਾ ਬਹੁਤ ਜ਼ਿਆਦਾ ਮੁਸ਼ਕਿਲ ਦੀ ਘੜੀ ਇਸ ਸਮੇਂ ਸਰਕਾਰਾਂ ਦੇ ਸਾਹਮਣੇ ਵੀ ਲੱਗੀ ਹੋਈ ਹੈ, ਔਰ ਵਰਕਰਸ ਦੇ ਸਾਹਮਣੇ ਵੀ ਲੱਗੀ ਹੋਈ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਗੱਲ ਕੀ, ਇਹ ਬੜਾ ਇੰਪੋਰਟੈਂਟ ਪੁਆਇੰਟ ਹੈਗਾ ਇਸ ਵਾਰੀ। ਆਈ ਥਿੰਕ ਇਸੇ ਕਰਕੇ ਆਪਾਂ ਕਿ ਪੰਜਾਬੀ 'ਚ ਕਹਿੰਦੇ ਨੇ ਪਰਲੋ ਆਈ ਹੋਈ ਹੈ ਜੀ, ਇਹ ਉਹਦੇ ਨੇਲ ਦੇ ਟਾਈਮ ਹੈਗਾ ਇਸ ਵੇਲੇ। ਇਨਫੈਕਟ ਕਿਉਂਕਿ ਬੈਕਗਰਾਊਂਡ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਪੈਂਡੈਮਿਕ ਦੀ ਨਾਲ, ਕਿਉਂਕਿ ਇੱਕ ਡਿਜ਼ਾਸਟਰ ਤੁਸੀਂ ਹੈਂਡਲ ਕਰ ਲੈਣੇ ਐਟ ਅ ਟਾਈਮ, ਜਦੋਂ ਮਲਟੀਪਲ ਡਿਜ਼ਾਸਟਰ ਇਕੱਠੇ ਕਰ ਰਹੇ ਨੇ, ਇਕੱਠੇ ਆ ਰਹੇ ਨੇ, ਉਹਨਾਂ ਨੂੰ ਸਾਰੇ ਜਿਹੜੇ ਬਹੁਤ ਹਾਈ ਲੈਵਲ ਦੇ ਡਿਜ਼ਾਸਟਰ ਨੇ, ਇੱਕ ਤਾਂ ਪੈਂਡੈਮਿਕ ਆਲਰੇਡੀ ਗਲੋਬਲ ਲੈਵਲ ਤੇ ਡੀਲ ਕਰ ਰਹੇ ਉਸ ਚੀਜ਼ ਨਾਲ, ਸੋ ਉਹਨੂੰ ਮਿਟੀਗੇਟ ਕਰਨਾ ਇੱਕ ਬਹੁਤ ਹੀ ਹਾਰਡ ਹੋ ਰਿਹਾ ਇਸ ਚੀਜ਼ ਵਾਸਤੇ, ਸਪੈਸ਼ਲੀ ਕੈਲੀਫੋਰਨੀਅਨਸ ਵਾਸਤੇ, ਗਿਵਨ ਦ ਫੈਕਟ ਵੀ ਇਹ ਹੌਟ ਸਪੌਟ ਬਣਿਆ ਹੈ ਕੈਲੀਫੋਰਨੀਆ ਪੈਂਡੈਮਿਕ ਵਾਸਤੇ ਵੀ। ਤਾਂ ਤੁਹਾਡੀ ਗੱਲ ਠੀਕ ਹੈ, ਜਦੋਂ ਪਹਿਲਾਂ ਹੈਰੀ ਔਰ ਅਸੀਂ ਜਾਂਦੇ ਰਹੇ ਆ 2017 ਦੇ ਵਿੱਚ,
ਆਪਣਾ ਆਪਣੇ ਸੈਂਟਾ ਰੋਜ਼ਾ ਫਾਇਰਸ ਵਾਲੇ ਵਾਸਤੇ 2018 ਦੇ ਵਿੱਚ ਕੈਂਪ ਫਾਇਰ ਜਿਹੜੀ ਹੋਈ ਹੈ ਇੱਥੋਂ 2-2.5 ਘੰਟੇ ਤੇ, ਉਦੋਂ ਅੱਜ ਜੇ ਮੈਂ ਕੰਪੇਅਰ ਕਰਾਂ, ਅਸੀਂ ਗੱਲ ਕਰ ਰਹੇ ਸੀ ਆਪਣੇ, ਉਦੋਂ ਕੋਈ ਏਡਾ ਡਿਫਿਕਲਟੀ ਨਹੀਂ ਲੱਗੀ, ਨਾ ਤੁਹਾਡੀਆਂ ਰਿਸੋਰਸਿਸ ਨੂੰ ਰੇਜ਼ ਕਰਨ ਵਾਸਤੇ, ਲੋਕਾਂ ਕੋਲ ਡਿਸਪੋਜ਼ੇਬਲ ਇਨਕਮ ਥੋੜੀ ਹੈਗੀ ਸੀ ਉਦੋਂ, ਕਿਉਂ ਕੰਮ ਚੱਲਦੇ ਸੀਗੇ, ਆਰਥਿਕ ਜਿਹੜੀ ਉਹਨਾਂ ਦੀ ਜਿਹੜੀ ਪਹੁੰਚ ਸੀ ਉਹ ਥੋੜੀ ਜਿਹੀ ਸਟਰੋਂਗ ਸੀਗੀ। ਅੱਜ ਉਹ ਵੀ ਵਿਖਰ ਚੁੱਕੀ ਹੈ, ਇਸ ਵੇਲੇ ਹਾਈਐਸਟ ਅਨਪਲੋਇਮੈਂਟ ਚੱਲ ਰਹੀ ਹੈ, ਔਰ ਜਿਹੜੀ ਟੂਰਿਜ਼ਮ ਹੈ, ਜਿਹੜੀ ਏਜੰਸੀਜ਼ ਜਿਹੜੀਆਂ NGOs ਜਾਂ ਕਹਿ ਲਓ ਸਾਡੀ ਸਿਕਸ ਆਫ ਹਿਊਮੈਨਿਟੀ ਹੈ ਜਿਵੇਂ, ਉਹ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਵੀ ਫੰਡਿੰਗ ਜਿਹੜੀ ਕੋਈ ਇੰਟਰੈਂਸਿਕ ਉਹਨਾਂ ਦੀ ਆਪਦੀ ਇਨਕਮ ਹੈ ਨਹੀਂ, ਉਹ ਜਿਹੜੀ ਵੋਲੰਟੀਅਰ ਲੋਕੀ ਜਿਹੜੇ ਡੋਨੇਸ਼ਨਸ ਦਿੰਦੇ ਨੇ, ਭਾਵੇਂ ਉਹ ਗੁੱਡ ਸਰਵਿਸਿਜ਼ ਨਾਲ ਕਰਦੇ ਨੇ, ਨਾਲ ਕਰਦੇ ਨੇ, ਉਹ ਲਾਰਜ ਸਕੇਲ ਦੇ ਪੈਸੇ ਨਾਲ ਕਰਦੇ ਨੇ, ਉਹ ਸਪਲਾਈ ਵੀ ਘੱਟ ਹੈ, ਸੋ ਉਹਦਾ ਸਟ੍ਰੇਨ ਹੈ ਜਿਹੜਾ ਬਹੁਤ ਵੱਧ ਪੈ ਰਿਹਾ। ਦੂਜੀ ਗੱਲ ਜਿਹੜੀ ਤੁਸੀਂ ਹੁਣੇ ਪੁਆਇੰਟ ਆਊਟ ਕੀਤੀ ਹੈ ਵੀ ਜਿਹੜੇ ਸ਼ੈਲਟਰਸ ਹੈਗੇ ਨੇ, ਹੁਣ ਲੱਖ ਬੰਦਾ ਆਲਰੇਡੀ ਇਵੈਕੂਏਟ ਕਰ ਚੁੱਕੇ ਨੇ, ਔਰ ਉਹ ਲੱਖ ਬੰਦਾ ਜਿਹੜਾ ਉਹ ਪਹਿਲਾਂ ਤਾਂ ਥੋੜੇ ਏਰੀਏ ਥੋੜੇ ਸ਼ੈਲਟਰਸ ਦੇ ਵਿੱਚ ਸਮਾ ਜਾਂਦਾ ਸੀਗਾ, ਹੁਣ ਕੋਵਿਡ ਕਰਕੇ ਉਹਨਾਂ ਨੂੰ ਉਹਦੀ ਵੀ ਇhtiyat ਰੱਖਣੀ ਪੈ ਰਹੀ, ਸੋਸ਼ਲ ਡਿਸਟੈਂਸਿੰਗ। ਮੈਂ ਕੱਲ ਹੀ ਨਿਊਜ਼ ਪੜ੍ਹ ਰਿਹਾ ਸੀ, ਉਦਾਂ ਦਾ 6 ਫੁੱਟ ਦਾ ਡਿਸਟੈਂਸ ਕਹਿ ਰਹੇ ਨੇ, ਪਰ ਕਿਉਂਕਿ ਉਹਨਾਂ ਸ਼ੈਲਟਰਸ ਦੇ ਵਿੱਚ ਜਿਹੜੀ ਉਹਨਾਂ ਦੀ ਬਣਤਰ ਹੈ ਜਾਂ ਆਵਾਜਾਈ ਹੈ, ਉਹ ਕੱਲੀ ਸਿਰਫ ਉੱਥੋਂ ਦੇ ਵੈਕਿਊਈਜ਼ ਵਾਸਤੇ ਨਹੀਂ ਹੈ, ਪਰ ਜਿਹੜਾ ਹੋਰ ਬਾਕੀ ਦਾ ਸਟਰਕਚਰ ਹੈ, ਜਿਹੜੇ ਫਸਟ ਰਿਸਪੌਂਡਰਸ ਨੇ ਜਾਂ ਹੋਰ ਕੰਮ ਕਰਨ ਵਾਲੇ ਨੇ, ਉਹਨਾਂ ਨਾਲ ਗਿਣਤੀ ਹੋਰ ਵੀ ਉਹਦੇ ਨਾਲ ਸਟ੍ਰੇਨ ਜਿਹੜਾ ਉਸ ਚੀਜ਼ ਤੇ ਵੱਧ ਜਾਂਦਾ। ਸੋ ਉਹਨੂੰ ਮਿਟੀਗੇਟ ਕਰਨ ਵਾਸਤੇ ਬੜੀ ਡਿਫਿਕਲਟੀ ਆ ਰਹੀ ਹੈ, ਇਹਦਾ ਕੋਈ ਸੋਲੂਸ਼ਨ ਇਸ ਵੇਲੇ ਪਤਾ ਨਹੀਂ ਕੀ ਹੈ, ਹੋਏਗਾ ਜਾਂ ਹੈਗਾ, ਕਿਉਂਕਿ ਇਹਦੇ ਲੰਘ ਰਹੀਆਂ ਦੇ ਵਿੱਚ ਦੀ ਹੁਣ ਕਿਵੇਂ ਸਿਚੁਏਸ਼ਨ ਡਿਵੈਲਪ ਹੁੰਦੀ ਹੈ। ਜੇ ਤਾਂ ਇਹ ਸਲੋ ਡਾਊਨ ਹੋ ਜਾਂਦਾ ਸਿਚੁਏਸ਼ਨ ਅਗਲੇ ਕੁਝ ਦਿਨਾਂ ਦੇ ਵਿੱਚ, ਤਾਂ ਉਹਦਾ ਸਟ੍ਰੇਨ ਜਿਹੜਾ ਸ਼ਾਇਦ ਹੈਂਡਲ ਹੋ ਸਕੇ, ਪਰ ਜੇ ਇਹ ਜਿਵੇਂ ਲੱਗ ਰਿਹਾ ਅਨਫੋਰਚੂਨਟਲੀ ਅੱਜ ਦੀ ਤਰੀਕ 'ਚ ਆਪਾਂ ਬੈਠੀਏ ਜੇ ਗੱਲ ਕਰੀਏ ਤਾਂ ਅੱਜ ਸੰਡੇ ਹੈ, ਪਿਛਲੇ ਸੰਡੇ ਜਿਹੜੀਆਂ ਲੱਗੀਆਂ ਨੇ ਅੱਗਾਂ ਸ਼ੁਰੂ ਹੋਈਆਂ ਨੇ, ਲਾਈਟਨਿੰਗ ਸਟਾਰਮਸ ਆਏ ਨੇ, ਤਾਂ ਆਪਾਂ ਉਹਦੇ ਬਾਰੇ ਫੈਕਟਸ ਬਾਰੇ ਗੱਲ ਕਰਾਂਗੇ ਹੁਣ ਠਹਿਰ ਕੇ। ਪਰ ਅੱਜ ਫਿਰ ਸੇਮ ਤਰ੍ਹਾਂ ਦੇ ਥੰਡਰਸਟਾਰਮ ਜਿਹਨੂੰ ਕਹਿੰਦੇ ਨੇ, ਬੜੀ ਰੇਅਰ ਇਵੈਂਟ ਹੈਗਾ ਵੈਦਰ ਦਾ, ਉਹ ਫੇਰ ਆ ਰਿਹਾ। ਜੇ ਇਹ ਵੱਧਦਾ ਹੈ ਤਾਂ ਉਹਦਾ ਜਿਹੜਾ ਇਫੈਕਟ ਹੋਏਗਾ ਉਹ ਆਈ ਡੋਂਟ ਥਿੰਕ ਵੀ ਮੈਂ ਕੈਪੇਬਲ ਹੈਗਾ ਆਨਸਰ ਕਰਨ ਵਾਸਤੇ ਵੀ ਆਪਾਂ ਕਿੱਦਾਂ ਹੈਂਡਲ ਕੀਤਾ। ਇਟਸ ਅ ਬਿਗ ਸਟ੍ਰੇਨ, ਹਿਊਜ ਸਟ੍ਰੇਨ ਹੋਏਗਾ ਉਹਦੇ ਵਾਸਤੇ। ਜੀ ਸੋ ਜਿਵੇਂ ਤੁਸੀਂ ਗੱਲ ਕੀਤੀ ਹੈ क्योंकि देखो लगातार अगर पिछले कुछ समय की गल करिए, कोविड-19 का शिकार हुए पिछले कुछ समय विच तूफाना ने भी काफी कहर मचाया अमेरिका विच, उस तो बाद हुण जड़ियां अग्गां लग रही ने, सो वो आखिर तुहानूं लगदा नहीं है कि कुदरत कुछ ज्यादा ही इम्तिहान ले रही है इंसानां दा? नहीं, मैं पहले कह के हटिया भी जिवें परलो आउण वाली गल होई है, बेसिकली सारे फैक्टर जो इकट्ठे हो जाते हैं ਉਦੋਂ ਉਹਦੀ ਮਿਟੀਗੇਸ਼ਨ ਵੀ ਬਹੁਤ ਹਾਰਡ ਹੋ ਜਾਂਦੀ ਹੈ। ਪ੍ਰੀਵੈਂਸ਼ਨ ਦੀ ਆਪਾਂ ਗੱਲਾਂ ਕਰ ਰਹੇ ਹਾਂ, ਪ੍ਰੀਵੈਂਸ਼ਨ ਤੋਂ ਤਾਂ ਅੱਗੇ ਲੰਘ ਚੁੱਕੇ ਹਾਂ ਆਪਾਂ ਬਹੁਤ ਜ਼ਿਆਦਾ, ਪਰ ਫਿਊਚਰ ਵਿੱਚ ਪ੍ਰੀਵੈਂਟਿਵ ਮੈਜਰਸ ਜਿਹੜੇ ਨੇ ਉਹਨਾਂ ਨੂੰ ਆਪਣੇ ਮੱਦੇ ਲੈਸਨ ਲਰਨਡ ਹੈਗਾ, ਉਹਨਾਂ ਨੂੰ ਰੱਖਣਾ ਪੈਣਾ। ਵੀ ਨੀਡ ਟੂ ਹੈਵ ਸਮ ਪਾਲਿਸੀਜ਼। ਹੁਣ ਗੈਰੀ ਭਾਜੀ ਹੁਣ ਸਿਟੀ ਕਾਉਂਸਲਮੈਨ ਹੈਗੇ ਨੇ, ਹੈਰੀ ਭਾਜੀ ਨਾਲ ਉਹ ਐਕਚੁਅਲੀ ਰਨਿੰਗ ਫॉर ਮਾਊਂਟ ਹਾਊਸ ਜਿਹੜਾ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਆ ਰਹੇ ਨੇ, ਉਹਨੇ ਫਾਈਟ ਕਰ ਰਹੇ ਨੇ, ਹੋਪਫੁਲੀ ਨਵੰਬਰ ਦੇ ਵਿੱਚ ਇਹੋ ਜਿਹਾ ਪੋਜ਼ਿਟਿਵ ਆਏਗਾ। ਇਹਨਾਂ ਔਰ ਸਾਰੇ ਲੋਕਾਂ ਦੇ ਉੱਤੇ ਜਿਹੜੇ ਪੋਲੀਟੀਸ਼ੀਅਨਸ ਨੇ, ਈਵਨ ਇਹ ਤਾਂ ਸਿਟੀ ਲੈਵਲ ਤੇ ਹੋ ਗਏ ਜਾਂ ਉੱਪਰ ਵਾਲੇ ਨੇ, ਉਹਨਾਂ ਨੂੰ ਇਹ ਪਾਲਿਸੀਜ਼ ਕ੍ਰੀਏਟ ਕਰਨੀਆਂ ਪੈਣੀਆਂ ਨੇ, ਫੋਕਸ ਕਰਨਾ ਪੈਣਾ ਵੀ ਇਹ ਜਿਹੜੀ ਔਨ ਗੋਇੰਗ ਐਵਰੀ ਈਅਰ ਇਹ ਕਲੈਮਿਟੀਜ਼ ਆਉਂਦੀਆਂ ਨੇ ਆਪਾਂ ਨੂੰ, ਉਹਨਾਂ ਵਾਸਤੇ ਕੋਈ ਰਿਸੋਰਸ ਪੂਲ ਜਿਹੜਾ ਬਣਿਆ ਹੋਵੇ ਤਾਂ ਕਿ ਉਹ ਗਵਰਨਮੈਂਟ ਨੋਟਿਸ ਦੇ ਉੱਤੇ ਉਹਨੂੰ ਲਾਂਚ ਕਰ ਸਕਣ। ਇੱਦਾਂ ਦੀ ਕੋਈ ਮੈਨੂੰ ਪਤਾ ਨਹੀਂ, ਗੈਰੀ ਭਾਈ ਉਹਨਾਂ ਦੀ ਇਹ ਕਹਿ ਸਕਦੇ ਨੇ ਛੋਟੇ ਲੈਵਲ ਦੇ ਉੱਤੇ ਇੱਦਾਂ ਦੀ ਸਲਸ਼ ਫੰਡਸ ਕਹਿ ਲਓ ਜਿਨ੍ਹਾਂ ਨੂੰ ਕੋਈ ਐਲੋਕੇਟ ਕੀਤੇ ਜਾ ਸਕਦੇ, ਪਰ ਜਾੜੀਆਂ ਵੀ ਚੀਜ਼ਾਂ ਨੇ ਵਾਲੰਟੀਅਰ ਬੇਸਿਸ ਤੇ ਚੱਲ ਰਹੀਆਂ ਨੇ। ਹੁਣ ਸਿਕਸ ਹਿਊਮੈਨਿਟੀ ਵਾਲੇ ਅਸੀਂ ਲਾਸਟ ਈਅਰ ਕੋਈ ਮੈਂ ਸ਼ਾਇਦ ਗਲਤ ਨਾ ਕਹਿ ਰਿਹਾ ਹੋਵਾਂ, ਕੋਈ 70-75 ਹਜ਼ਾਰ ਡਾਲਰ ਦੀ ਵਰਥ ਪ੍ਰੋਡਕਟ ਜਿਹੜੀ ਹੈ ਉਹ 2-3 ਫਾਇਰਸ ਵਿੱਚ ਵੰਡ ਚੁੱਕੇ ਹਾਂ। ਪਰ ਇਹ ਹਰ ਸਾਲ ਤੁਸੀਂ ਉਹ ਰਿਸੋਰਸਿਸ ਨੂੰ, ਵਾਲੰਟੀਅਰ ਡੋਨੇਸ਼ਨਸ ਨੂੰ ਇੰਨੇ ਹਾਈ ਲੈਵਲ ਦੇ ਉੱਤੇ ਟੈਪ ਨਹੀਂ ਕਰ ਸਕਦੇ। ਸੋ ਇਹ ਇਸ਼ੂ ਹੈਗਾ, ਇਸ ਨੂੰ ਸੋਚਣਾ ਪੈਣਾ ਆਪਾਂ ਨੂੰ ਵੀ ਕਿੱਦਾਂ ਇਹਨੂੰ ਜਿਹੜੀ ਫੰਡਿੰਗ ਸੋਰਸਿਸ ਨੇ ਫੈਡਰਲ ਲੈਵਲ ਦੇ ਉੱਤੇ, ਸਟੇਟ ਲੈਵਲ ਤੇ, ਪਰ ਵੀ ਲੋਕਾਂ ਦੀ ਵੀ ਜਿਹੜੀ ਟਾਈਟ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਉਹ ਕਿੱਦਾਂ ਇਸ ਚੀਜ਼ ਨੂੰ ਯੂਜ਼ ਕੀਤੀ ਜਾਵੇ ਸੋਲਵ ਕਰਨ ਵਾਸਤੇ। ਬਿਲਕੁਲ ਇੰਪੋਰਟੈਂਟ ਸਵਾਲ ਹੈਗਾ ਜੋ ਚੀਮਾ ਸਾਹਿਬ ਨੇ ਕਿਹਾ ਕਿ ਨਵੀਆਂ ਪਾਲਿਸੀਜ਼ ਦੀ ਅੱਜ ਸਾਨੂੰ ਸਮੇਂ ਦੀ ਜ਼ਰੂਰਤ ਵੀ ਹੈਗੀ ਹੈ, ਔਰ ਤੁਹਾਨੂੰ ਲੱਗਦਾ ਕਿ ਨਵੰਬਰ ਵਿੱਚ ਜਿਵੇਂ ਹੁਣ ਚੋਣਾਂ ਆ ਰਹੀਆਂ ਨੇ, ਇਹ ਵੀ ਇੱਕ ਵਿਰੋਧੀਆਂ ਦੇ ਹੱਥ ਮੁੱਦਾ ਹੈ ਕਿ ਬਹੁਤ ਵੱਡਾ, ਕਿ ਕਿਸ ਤਰ੍ਹਾਂ ਅੱਗਾ ਤੋਂ ਲੋਕਾਂ ਨੂੰ ਬਚਾਇਆ ਜਾਏ ਔਰ ਕਿਸ ਤਰ੍ਹਾਂ ਲੋਕਾਂ ਦੀ ਮਦਦ ਕੀਤੀ ਜਾਏ। ਇਹ ਵੀ ਇੱਕ ਵਿਰੋਧੀਆਂ ਨੂੰ ਬੜਾ ਵੱਡਾ ਇੱਕ ਮੁੱਦਾ ਮਿਲ ਗਿਆ ਹੈ। ਔਰ ਨਾਲ ਹੀ ਨਾਲ ਤੁਹਾਡੇ ਤੋਂ ਵੀ ਇਹ ਸਵਾਲ ਦਾ ਜਵਾਬ ਚਾਹਾਂਗਾ ਕਿ ਜਿਸ ਤਰ੍ਹਾਂ
ਜਿਵੇਂ ਮੈਂ ਚੀਮਾ ਸਾਹਿਬ ਤੋਂ ਕਿਹਾ ਸੀਗਾ ਕਿ ਬਹੁਤ ਵੱਡੀ ਪੱਲੋ ਹੈਗੀ ਹੈ, ਪੱਲੋ ਹੀ ਮੰਨਿਆ ਜਾਏ ਇਸ ਨੂੰ, ਕਿਉਂਕਿ ਪਿਛਲੇ ਸਾਲ ਅਸੀਂ ਇਕੱਠੇ ਸ਼ੈਲਟਰਸ ਵਿੱਚ ਲੋਕਾਂ ਨੂੰ ਰੱਖ ਰਹੇ ਸੀ, ਪਰ ਇਸ ਸਮੇਂ ਅਸੀਂ ਸ਼ੈਲਟਰਸ ਉਹਨਾਂ ਨੂੰ ਪ੍ਰੋਵਾਈਡ ਨਹੀਂ ਕਰ ਪਾ ਰਹੇ। ਅਗਰ ਕਰ ਵੀ ਪਾ ਰਹੇ ਹਾਂ ਤਾਂ ਬਹੁਤ ਲਿਮਿਟਿਡ ਲੋਕ ਹੀ ਉਸ ਸ਼ੈਲਟਰ ਵਿੱਚ ਰਹਿ ਪਾਣਗੇ ਇਕੱਠੇ। ਕੀ ਕਹਿਣਾ ਚਾਹੋਗੇ? ਜਿਹੜੀ ਪਾਲਿਸੀ ਦੀ ਸਿਚੁਏਸ਼ਨ ਹੈ ਉਹ ਡੈਫੀਨਿਟਲੀ ਇੱਕ ਵੱਡਾ ਟਾਕਿੰਗ ਪੁਆਇੰਟ ਬਣ ਜਾਣਾ। ਕੱਲਾ ਆਪਣੇ ਸ਼ਹਿਰਾਂ ਲਈ ਸਾਡੇ, ਚਲੋ ਅਸੀਂ ਤੇ ਸ਼ਹਿਰ ਦੇ ਕਾਉਂਸਲ ਮੈਂਬਰਸ ਆ, ਪਰ ਜਿਹੜੇ ਸਟੇਟ ਲੈਵਲ ਤੇ ਰਨ ਕਰ ਰਹੇ ਆ ਉਹਨਾਂ ਲਈ ਇਹ ਬਹੁਤ ਵੱਡਾ ਪੁਆਇੰਟ ਆ। ਬਿਕਾਜ਼ ਹੁਣ ਆਬਵੀਅਸਲੀ ਜਿੱਦਾਂ ਜੋ ਦੇਖ ਰਹੇ ਆ ਆਪਾਂ ਉਹਦੇ ਹਿਸਾਬ ਨਾਲ ਇਹ ਤਾਂ ਹੁਣ ਹੱਦ ਤੋਂ ਹੀ ਵੱਧ ਹੋਣ ਲੱਗ ਪਿਆ ਆ। ਸੋ ਹੁਣ ਇਹਦਾ ਸੋਲੂਸ਼ਨ ਤਾਂ ਦੇਖਣਾ ਹੀ ਪੈਣਾ ਕੁਛ ਨਾ ਕੁਛ, ਕਿ ਇਹ ਨਹੀਂ ਕਿ ਆਪਾਂ ਕੰਟੀਨਿਊ ਜਿੱਦਾਂ ਵੀ ਅੱਗੇ ਸੀ ਉੱਦਾਂ ਚੱਲੀ ਜਾਂਦੇ ਆ। ਜਿੱਦਾਂ ਰਿਸੋਰਸਿਸ ਦੀ ਗੱਲ ਹੋ ਰਹੀ ਹੈ, ਹੁਣ ਦੇਖੋ ਜੇ ਸਿਟੀ ਲੈਵਲ ਤੇ ਅਸੀਂ ਵੀ ਆ, ਸਾਡੇ ਕੋਲ OES ਡਿਪਾਰਟਮੈਂਟ ਜਿਹੜਾ ਹੈ ਉਹ ਸੈਪਰੇਟ ਹੈ, ਜਿਹੜਾ ਫਾਇਰ ਇੰਜਨ ਆ, ਸਾਡੇ 12 ਫਾਇਰ ਫਾਈਟਰਸ ਗਏ ਹੋਏ ਆ ਸਿਟੀ ਤੋਂ ਛੱਡ ਕੇ, ਜਿਹੜੇ ਵੱਖਰੀਆਂ ਵੱਖਰੀਆਂ ਅੱਗਾਂ ਦੇ ਉੱਤੇ ਇਸ ਵੇਲੇ ਹੈਲਪ ਕਰ ਰਹੇ, ਮਦਦ ਕਰ ਰਹੇ ਆ। ਇੱਦਾਂ ਹਰੇਕ ਸ਼ਹਿਰ, ਟ੍ਰੇਸੀ, ਮਾਊਂਟ ਹਾਊਸ, ਜਿੰਨੇ ਵੀ ਆ ਏਰੀਆ ਦੇ ਵਿੱਚ ਆ, ਸਾਰੇ ਥਰੂ ਆਊਟ ਦ ਸਟੇਟ ਨਾ ਇਸ ਵੇਲੇ ਹੈਲਪ ਕਰਨ ਗਏ ਹੋਏ ਇੱਕ ਦੂਜਿਆਂ ਦੀ। ਸੋ ਉਹਦੇ ਵਿੱਚ ਤਾਂ ਕੋਈ ਇਸ਼ੂ ਨਹੀਂ ਹੈਗੀ। ਹੁਣ ਦੇਖੋ ਇਸ ਵੇਲੇ ਮੈਂ ਲੇਟੈਸਟ ਨੰਬਰ ਦੇਖ ਰਿਹਾ ਸੀ ਸਵੇਰੇ, ਘੱਟੋ ਘੱਟ 13,000 ਫਾਇਰ ਫਾਈਟਰ ਲੱਗਾ ਹੋਇਆ ਹੈ ਥਰੂ ਆਊਟ ਦ ਸਟੇਟ ਇਸ ਵੇਲੇ ਅੱਗਾਂ ਬੁਝਾਉਣ ਲਈ। ਸੋ ਰਿਸੋਰਸਿਸ ਤਾਂ ਹੈਗੇ ਆ, ਪਰ ਮੇਰੀ ਸਿਚੁਏਸ਼ਨ ਥੋੜੀ ਡਿਫਰੈਂਟ ਸੋਚ ਹੈ ਕਿ ਰਿਸੋਰਸਿਸ ਤਾਂ ਚਲੋ ਅਸੀਂ ਹੈ ਨਾ, ਜਿਹੜੀ ਅੱਗ ਬੁਝਾਉਣ ਦੀ ਸਿਚੁਏਸ਼ਨ ਹੈ ਉਹਦੇ ਵਿੱਚ ਤਾਂ ਅਸੀਂ ਹੈਲਪ ਕਰ ਸਕਦੇ ਹਾਂ, ਪਰ ਹੁਣ ਗੱਲ ਹੈਗੀ ਹੈ ਉਹਨੂੰ ਪ੍ਰੀਵੈਂਟ ਕਿੱਦਾਂ ਕਰਨਾ ਹੈ ਜਾਂ ਉਹਨੂੰ ਲਿਮਿਟ ਕਿੱਦਾਂ ਕਰਨਾ ਹੈ ਸ਼ੁਰੂ ਤੋਂ। ਐਂਡ ਉਹ ਜਿਹੜੀ ਗੱਲ ਹੋਣੀ ਆ ਉਹ ਇਸ ਨਵੰਬਰ ਦੇ ਵਿੱਚ ਇਟ ਵਿਲ ਬੀ ਵੈਰੀ ਕੰਟੈਂਸ਼ੀਅਸ, ਹਨਾ, ਕਿ ਉਹ ਗੱਲ ਹੋਊਗੀ ਕਿ ਕਿੱਦਾਂ ਤੁਸੀਂ ਇਹ ਕਰ ਸਕਦੇ, ਕਿੱਦਾਂ ਨਹੀਂ। ਦੂਸਰੀ ਗੱਲ ਹੁਣ ਜਿਹੜੀ ਆ ਕਿ ਆਪਣੇ ਰਿਸੋਰਸਿਸ ਦੀ ਹੋਰ ਹੋ ਰਹੀ ਸੀ ਕਿ ਜਿਹੜੇ ਲੋਕ ਜਿਹੜੇ ਹੁਣ ਘਰਾਂ ਚੋਂ ਹਨਾ ਨਿਕਲ ਰਹੇ ਆ, ਵੈਕਿਊਏਟ ਹੋ ਰਹੇ ਆ, ਹੁਣ ਕੋਵਿਡ ਦਾ ਆਲਰੇਡੀ ਕਰਕੇ, ਜਿੱਦਾਂ ਹੈਰੀ ਭਾਜੀ ਨੇ ਵੀ ਕਿਹਾ ਸੀ ਕਿ ਉਹ ਸਿਚੁਏਸ਼ਨ ਚੇਂਜ ਹੋ ਗਈ ਆ। ਹੁਣ ਅੱਗੇ ਤੁਸੀਂ ਕਿੰਨੇ ਮਲਟੀਪਲਸ ਲੋਕ ਜਿਹੜੇ ਸੀ ਤੁਸੀਂ ਇੱਕ ਕੈਂਪ ਦੇ ਵਿੱਚ ਕਰ ਸਕਦੇ ਸੀ, ਹੁਣ ਇੱਥੇ ਸਾਡੇ ਹੋਰ ਸ਼ਹਿਰਾਂ ਦੇ ਵਿੱਚ ਆ ਰਹੇ ਆ, ਜਿਹੜੇ ਆਪਣੇ ਉਹਨਾਂ ਦੇ ਰਿਸ਼ਤੇਦਾਰ ਆ ਉਹਨਾਂ ਦੇ ਵਿੱਚ ਘਰਾਂ 'ਚ ਆ ਰਹੇ ਆ। ਹੋਟਲਸ ਜਿਹੜੇ ਆ ਉਹ ਵੀ ਫੁੱਲ ਹੋਏ ਹੋਏ ਆ, ਉਹਨਾਂ ਦੀ ਸਟ੍ਰੇਨਸ ਆ। ਸੋ ਹੁਣ ਇਸ਼ੂ ਹੁਣ ਇਹੀ ਪੈਣੀ ਆ ਕਿ ਉਹ ਜਿਹੜੇ ਬੰਦੇ ਉਹ ਜਾਣ ਤੇ ਜਾਣ ਕਿੱਥੇ। ਐਂਡ ਇਹ ਹੁਣ ਮਲਟੀਪਲ ਇਸ਼ੂ ਆ, ਬਿਕਾਜ਼ ਇੱਕ ਤਾਂ ਕੋਵਿਡ ਦਾ ਡਰ ਆ, ਦੂਸਰਾ ਉਹਦੀ ਰਿਸੋਰਸਿਸ ਆਲਰੇਡੀ ਸਟੈਂਡ ਹੈ, ਬਿਕਾਜ਼ ਹੁਣ ਆਪਾਂ ਨੂੰ ਆਲਰੇਡੀ ਅਗਸਤ ਦੇ ਵਿੱਚ 8 ਮਹੀਨੇ ਤੋਂ ਉੱਪਰ ਹੋ ਗਏ ਆ ਜਿੱਥੇ ਆਪਾਂ ਕੋਵਿਡ ਨੂੰ ਡੀਲ ਕਰ ਰਹੇ ਆ। ਗਵਰਨਮੈਂਟ ਵੀ ਡੀਲ ਕਰ ਰਹੀ ਆ ਮਲਟੀਪਲ ਫਾਈਨੈਂਸ਼ੀਅਲ ਸਿਚੁਏਸ਼ਨਸ ਦਾ ਕਰਕੇ, ਕੋਵਿਡ ਦਾ ਕਰਕੇ। ਸੋ ਹੁਣ ਉਹਦੇ ਉੱਤੇ ਇੱਕ ਇਹ ਆਗਾਂ ਇੱਦਾਂ ਦੀਆਂ ਚੀਜ਼ਾਂ ਆ ਜਾਣ, ਹੁਣ ਆਲਰੇਡੀ ਇੱਕ ਸਟ੍ਰੇਨਡ ਪਬਲਿਕ ਐਂਡ ਗਵਰਨਮੈਂਟ ਆ, ਉਹਨੂੰ ਕਿੱਦਾਂ ਹੈਂਡਲ ਕਰੂਗੀ, ਉਹ ਪੈਸੇ ਕਿੱਥੇ ਆਉਣੇ ਆ। ਜਿੱਦਾਂ ਆਪਣੇ ਵਾਲੰਟੀਅਰਸ ਵੀ ਜਿਹੜੇ ਆ, ਜਿੱਦਾਂ ਹੈਰੀ ਭਾਜੀ ਕਹਿ ਰਹੇ ਵਾਲੰਟੀਅਰਸ ਅੱਗੇ ਲੱਭਣੇ ਔਖੇ ਹੋਏ ਆ, ਪਰ ਉਹੀ ਸੇਮ ਵਾਲੰਟੀਅਰਸ ਕੋ ਆਲਸੋ ਜਾ ਕੇ ਕਹਿਣਾ ਕਿ ਘੜੀ ਕਮੁੜੀ ਕੇ ਸਾਨੂੰ ਹੋਰ ਹੈਲਪ ਦੀ ਲੋੜ ਆ, ਹੋਰ ਮਦਦ ਦੀ ਲੋੜ ਆ, ਉਹਨਾਂ ਲਈ ਵੀ ਇੱਕ ਸਟ੍ਰੇਨ ਹੋ ਜਾਂਦਾ ਆ, ਬਿਕਾਜ਼ ਉਹਨਾਂ ਨੇ ਆਪਣਾ ਵੀ ਘਰ ਦੇਖਣਾ ਹੁੰਦਾ ਹੈ। ਜੀ ਬਿਲਕੁਲ। ਹੈਰੀ ਢਿੱਲੋਂ ਜੀ, ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ, ਜਿਵੇਂ 6 ਫॉर ਹਿਊਮੈਨਿਟੀ ਦੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ 6 ਫॉर ਹਿਊਮੈਨਿਟੀ ਖਾਣ ਪੀਣ ਦਾ ਸਮਾਨ ਹੋ ਗਿਆ, ਕੱਪੜਿਆਂ ਦਾ ਸਮਾਨ ਹੋ ਗਿਆ, ਇਸ ਤਰ੍ਹਾਂ ਦਾ ਸਮਾਨ ਤਾਂ ਚਲੋ ਪ੍ਰੋਵਾਈਡ ਕਰ ਹੀ ਰਹੀ ਹੈ, ਕੀ ਕੋਈ ਰਹਿਣ ਦਾ ਇੰਤਜ਼ਾਮ ਵੀ 6 ਫॉर ਹਿਊਮੈਨਿਟੀ ਵੱਲੋਂ ਕੀਤਾ ਜਾਂਦਾ? ਜੀ ਇਹ ਨਹੀਂ, ਅਸੀਂ ਨਹੀਂ ਕਰਦੇ। ਜਿਹੜਾ 6 ਫॉर ਹਿਊਮੈਨਿਟੀ ਹੈਗਾ ਇੱਕ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਆ, ਤੇ ਸਾਡਾ ਬੇਸਿਕਲੀ ਗੋਲ ਹੁੰਦਾ ਕਿ ਜਦੋਂ ਕੋਈ ਤਬਾਹੀ ਇੱਦਾਂ ਦੀ ਆਉਂਦੀ ਆ ਤੇ ਅਸੀਂ ਸਾਰਿਆਂ ਨੂੰ ਪਹਿਲਾਂ ਪਹੁੰਚਦੇ ਹਾਂ, ਉੱਥੇ ਮੁਆਇਨਾ ਕਰਦੇ ਹਾਂ, ਤੇ ਫਿਰ ਅਸੀਂ ਜਿਹੜਾ ਜਿੱਥੇ ਵੀ ਲੋੜ ਹੁੰਦੀ ਕਰਦੇ, ਅਸੀਂ ਕੋਈ ਵੀ ਸ਼ੈਲਟਰ ਆਪ ਨਹੀਂ ਪ੍ਰੋਵਾਈਡ ਕਰਦੇ, ਨਾ ਹੀ ਸਾਡੇ ਕੋਲ ਕੋਈ ਰਿਸੋਰਸਿਸ ਹੈਗੇ ਨੇ ਸ਼ੈਲਟਰ ਪ੍ਰੋਵਾਈਡ ਕਰਦੇ ਆ। ਜੀ ਚੀਮਾ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਕਈ ਸੁਸਾਇਟੀਜ਼ ਨੂੰ ਹੋਰ ਵੀ ਸਾਹਮਣੇ ਆਉਣਾ ਚਾਹੀਦਾ ਹੈ ਕਿ ਲੋਕਾਂ ਦੀ ਮਦਦ ਲਈ ਉਹ ਅੱਗੇ ਆਉਣ, ਕਿਉਂਕਿ ਅੱਜ ਦੇ ਸਮੇਂ ਸੁਸਾਇਟੀਜ਼ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸੁਸਾਇਟੀਜ਼ ਹਮੇਸ਼ਾ ਆਪਣਾ ਨਾਮਣਾ ਤਾਂ ਖੱਟਣਾ ਚਾਹੁੰਦੀਆਂ ਨੇ, ਪਰ ਜਦੋਂ ਮੁਸੀਬਤ ਦਾ ਸਮਾਂ ਆਉਂਦਾ ਹੈ ਕਈ ਅਜਿਹੀਆਂ ਸੁਸਾਇਟੀਜ਼ ਹੁੰਦੀਆਂ ਜਿਹੜੀਆਂ ਛੁਪ ਕੇ ਬੈਠ ਜਾਂਦੀਆਂ ਨੇ। ਕੋਈ ਦੋ ਰਾਏ ਨਹੀਂ ਹੈ ਵੀ ਜਿੰਨੇ ਵੀ NGOs ਨੇ ਜਾਂ ਨਾਨ ਪ੍ਰੋਫਿਟਸ ਨੇ ਜਾਂ ਵੋਲੰਟੀਅਰ ਆਰਗੇਨਾਈਜੇਸ਼ਨਸ ਹੈਗੀਆਂ ਨੇ, ਇਸ ਤੋਂ ਜ਼ਿਆਦਾ ਜੇ ਓਨੈਸਟਲੀ ਕੰਮ ਜਿਹੜੀਆਂ ਕਰ ਰਹੀਆਂ ਨੇ, ਆਫ ਕੋਰਸ 6 ਫॉर ਹਿਊਮੈਨਿਟੀ ਨਾਲ ਅਸੀਂ ਬਹੁਤ ਜੁੜੇ ਹੋਏ ਆ, ਕਰ ਰਹੇ ਹਾਂ, ਹੋਰ ਵੀ ਬੜੀਆਂ
ਜਿਹੜੀ ਕਰ ਰਹੀਆਂ ਨੇ, ਜੇ ਹੋਰ ਕੋਈ ਟਾਈਮ ਨਹੀਂਗਾ, ਦਿਸ ਇਜ਼ ਅ ਟਾਈਮ ਟੂ ਕਮ ਆਊਟ। ਤੇ ਇਹਦੇ ਵਿੱਚ ਕੋਈ ਦੋ ਰਾਏ ਹੈ, ਇਸ ਮੀਡੀਅਮ ਦੇ ਰਾਹੀਂ ਇੱਕ ਗੁਜਾਇਸ਼ ਹੀ ਕਰ ਸਕਦੇ ਆ ਵੀ ਉਹ ਆਰਗੇਨਾਈਜੇਸ਼ਨਸ ਅੱਗੇ ਆਉਣ, ਔਰ ਉਹ ਆਪਣੀ ਐਫਰਟ ਨੂੰ ਜਿੰਨੀ ਪਾ ਸਕਦੇ ਨੇ ਇਹਦੇ ਵਿੱਚ ਪਾਉਣ। ਤੇ ਇਹੀ ਮੈਂ ਕਹਿ ਸਕਾਂਗਾ ਵੀ ਅਸੀਂ ਆਪਣੀ ਐਫਰਟ ਜਿੰਨੀ ਕਰ ਸਕਦੇ ਇੰਡੀਵਿਜੂਅਲ ਲੈਵਲ ਤੇ ਕਰ ਰਹੇ ਆ, ਪਰ ਇੱਕ ਕਲੈਕਟਿਵਲੀ ਜਿਹੜੀ ਕਰ ਸਕਦੀ, ਕੋਈ ਸਹਾਇਤਾ ਕਰ ਸਕਦੀਆਂ ਆਰਗੇਨਾਈਜੇਸ਼ਨਸ, ਹੁਣ ਟਾਈਮ ਹੈਗਾ ਆਉਣ ਦਾ ਤੇ ਅੱਗੇ ਆਉਣ ਨੂੰ ਜ਼ਰੂਰ। ਡੈਫੀਨਿਟਲੀ ਗੱਲ ਹੈਗੀ ਵੀ ਆਪਾਂ ਪਹਿਲੀ ਜਿਹੜੀ ਗੱਲ ਕਰ ਰਹੇ ਹਾਂ ਵੀ ਸਟ੍ਰੇਨ ਤਾਂ ਆਲਰੇਡੀ ਹੈਗੀ ਨਾ, ਆਰਗੇਨਾਈਜੇਸ਼ਨ ਸਾਰੀ ਹੈਗੀਆਂ ਨੇ, ਤੇ ਕੁਛ ਹੋ ਸਕਦਾ ਨਾ ਕਰ ਸਕਣ, ਚਾਹੁੰਦੇ ਵੀ ਹੋਣ ਤਾਂ ਨਹੀਂ ਅੱਗੇ ਆ ਸਕਦੀਆਂ, ਪਰ ਪੈਂਡੈਮਿਕ ਦੀ ਸਿਚੁਏਸ਼ਨ ਕਰਕੇ ਉਹ ਆਲਰੇਡੀ ਹੈਂਡਲ ਦੀਆਂ ਸਟ੍ਰੇਨ ਹੋ ਚੁੱਕੀਆਂ ਨੇ। ਸੋ ਇਹੀ ਗੁਜ਼ਾਰਿਸ਼ ਹੀ ਕਰ ਸਕਦੇ ਹੁਣ, ਜਿੰਨੀਆਂ ਕਿ ਆਪਣੇ ਰਿਸੋਰਸਿਸ ਹੈਗੀਆਂ ਨੇ ਉਹਨਾਂ ਨੂੰ ਪੂਲ ਕਰਕੇ ਤੇ ਇਹ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਫਾਈਟ ਕੀਤਾ ਜਾਵੇ, ਭਾਵੇਂ ਵਾਈਲਡ ਫਾਇਰਸ ਹੈਗੀਆਂ ਨੇ ਕੈਲੀਫੋਰਨੀਆ ਦੀ ਲੰਘ ਰਹੇ ਆ ਵਿੱਚੋਂ ਦੇ ਵਿੱਚ, ਤੇ ਪੈਂਡੈਮਿਕ ਹੈਗਾ ਜਾਂ ਹੋਪਫੁਲੀ ਹੁਣ ਅੱਗੇ ਸੀਜ਼ਨ ਜਿਹੜਾ ਰੇਨਸ ਆ ਰੇਨਸ ਆਉਣਾ, ਇਹਨਾਂ ਨਾਲ ਇੰਨਾ ਵੱਡਾ ਇਸ਼ੂ ਹੈ। ਫਲੱਡਿੰਗ ਦੀ ਇੱਕ ਮੇਜਰ ਇਸ਼ੂ ਹੈਗਾ ਇੱਥੇ, ਅਰਥਕੁਏਕ ਹੈਗੇ ਨੇ, ਜਿਹਨੂੰ ਕਹਿ ਰਹੇ ਨੇ ਆਪਾਂ ਵੇਟਿੰਗ ਐਜ ਤੇ ਹੈਗੇ ਆ ਇਸ ਵੇਲੇ, ਜਿਹੜੀ ਨੈਕਸਟ ਬਿਗ ਅਰਥਕੁਏਕ ਵਾਸਤੇ। ਹੋਪਫੁਲੀ ਉਹ ਇਕੱਠੇ ਨਾ ਹੋਣ, ਪਰਮਾਤਮਾ ਅੱਗੇ ਅਰਦਾਸ ਕਰ ਸਕਦੇ ਵੀ ਇਹ ਕਲੈਮਿਟੀਜ਼ ਨੇ ਜਿਹੜੀਆਂ ਉਹ ਸਪੇਸ ਆਊਟ ਹੋ ਜਾਣ ਤਾਂ ਆਪਾਂ ਜਨ ਸ਼ਕਤੀ ਰੱਖ ਸਕਦੇ ਹਾਂ, ਜੇ ਇਕੱਠੀਆਂ ਆ ਜਾਣ ਤਾਂ ਉਹ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਸਿਚੁਏਸ਼ਨ ਨੂੰ ਖਰਾਬ ਕਰ ਦਿੰਦੀ ਹੈ। ਜੀ ਹੈਰੀ ਢਿੱਲੋਂ ਜੀ, ਇਹ ਸਵਾਲ ਮੈਂ ਤੁਹਾਡੇ ਤੋਂ ਵੀ ਕਰਾਂਗਾ, ਕਿਉਂਕਿ ਕਈ ਸੁਸਾਇਟੀਜ਼ ਪੈਸਾ ਜਦੋਂ ਲੈਣਾ ਹੁੰਦਾ ਤਾਂ ਦਿਲ ਖੋਲ ਕੇ ਅੱਗੇ ਆ ਜਾਂਦੀ ਹੈ ਕਿ ਸਾਨੂੰ ਪੈਸੇ ਦੀ ਲੋੜ ਆ, ਅਸੀਂ ਇਹ ਕੰਮ ਕਰਾਂਗੇ, ਫਲਾਣਾ ਕੰਮ ਕਰਾਂਗੇ, ਪਰ ਜਦੋਂ ਅਸਲੀਅਤ, ਜਦੋਂ ਜ਼ਰੂਰਤ ਪੈਂਦੀ ਹੈ, ਉਹੀ ਸੁਸਾਇਟੀਆਂ ਛੁਪ ਕੇ ਬੈਠ ਜਾਂਦੀਆਂ ਨੇ। ਸਿਕਸ ਫॉर ਹਿਊਮੈਨਿਟੀ ਅਜਿਹੀਆਂ ਹੋਰ ਕਈ ਸੁਸਾਇਟੀਜ਼ ਨੇ ਜਦੋਂ ਦਿਲ ਖੋਲ ਕੇ ਸਾਹਮਣੇ ਆਉਂਦੀਆਂ ਨੇ ਮੁਸੀਬਤ ਵੇਲੇ, ਔਰ ਤੁਹਾਡੇ ਜਿਹੜੇ ਵਲੰਟੀਅਰਸ ਨੇ ਉਹ ਵੀ ਜਾਂਦੇ ਨੇ, ਔਰ ਉਹਨਾਂ ਥਾਵਾਂ ਤੇ ਜਾਂਦੇ ਨੇ ਜਿੱਥੇ ਕੋਈ ਆਮ ਵਿਅਕਤੀ ਜਾਣ ਬਾਰੇ ਸੋਚਦਾ ਵੀ ਨਹੀਂ ਹੈਗਾ। ਤੁਹਾਨੂੰ ਲੱਗਦਾ ਕਿ ਉਹਨਾਂ ਸੁਸਾਇਟੀਜ਼ ਨੂੰ ਹੁਣ ਬਾਹਰ ਆਉਣਾ ਚਾਹੀਦਾ ਜਿਹੜੇ ਕਿ ਛੁਪ ਕੇ ਬੈਠ ਜਾਂਦੀਆਂ ਨੇ? ਦੇਖੋ ਜੀ, ਜ਼ਰੂਰ ਸਾਰਿਆਂ ਨੂੰ ਜਦੋਂ ਇਦਾਂ ਦੀ ਵਿਫਤਾ ਆਉਂਦੀ ਆ ਮੈਨਕਾਈਂਡ ਦੇ ਉੱਤੇ, ਆਪਾਂ ਨੂੰ ਸਾਰੇ ਹੀ ਸੰਸਥਾਵਾਂ ਨੂੰ, ਸਾਰੇ ਹੀ ਆਪਸ ਡਿਫਰੈਂਸ ਹੋਣ, ਇਕੱਠੇ ਹੋ ਕੇ ਹੀ ਅੱਗੇ ਆਉਣਾ ਚਾਹੀਦਾ, ਤਾਂ ਹੀ ਕੁਝ ਕੰਮ ਹੋ ਸਕਦਾ। ਦੇਖੋ ਜਦੋਂ ਮਾਰਚ ਕੋਵਿਡ ਸ਼ੁਰੂ ਹੋਇਆ ਤੇ ਅਸੀਂ ਹਫਤਾ ਘਰੇ ਬੈਠੇ, ਤੇ ਘਰੇ ਬੈਠ ਨਹੀਂ ਹੋਇਆ ਸੀਗਾ ਵੀ ਕੁਛ ਨਾ ਕੁਛ ਸਾਨੂੰ ਕਰਨਾ ਚਾਹੀਦਾ ਆਪਣੀ ਸੁਸਾਇਟੀ ਲਈ। ਤੇ ਅਸੀਂ ਆਈ ਥਿੰਕ 23 ਮਾਰਚ ਨੂੰ ਸਿਕਸ ਆਫ ਹਿਊਮੈਨਿਟੀ ਦੇ ਵਲੰਟੀਅਰਾਂ ਨੇ ਬਾਹਰ ਨਿਕਲੇ, ਸਗੋਂ ਸਾਨੂੰ ਕਈ ਰਿਸ਼ਤੇਦਾਰਾਂ ਦੇ ਫੋਨ ਆਏ ਕਿ ਤੁਸੀਂ ਬਾਹਰ ਨਾ ਜਾਓ, ਕੋਵਿਡ ਚੱਲਦਾ, ਤੁਸੀਂ ਬਾਹਰ ਸੇਵਾ ਕਰ ਲਿਓ। ਪਰ ਕਈ ਲੋਕਾਂ ਦੇ ਵਿੱਚ ਜਿਵੇਂ ਸੇਵਾ ਭਾਵਨਾ ਸਾਰਿਆਂ 'ਚ ਹੋਣੀ ਚਾਹੀਦੀ ਆ ਕਿ ਕੁਛ ਨਾ ਕੁਛ ਜਿਵੇਂ ਇਕੱਠੇ ਹੋ ਕੇ ਆਪਾਂ ਸੇਵਾ। ਤੇ ਜਿਹੜੀਆਂ ਸੁਸਾਇਟੀਆਂ ਨੇ, ਮੈਂ ਪਹਿਲਾਂ ਤੋਂ ਹੀ ਬਾਰ-ਬਾਰ ਕਹਿਣਾ ਹੁੰਦਾ ਵੀ ਕੋਈ ਵੀ ਕੰਮ ਕਰਨਾ, ਸਾਰੀ ਹੀ NGO ਨੂੰ, ਹੁਣ ਅੱਗ ਦਾ ਚੱਲ ਰਿਹਾ, ਜੇ ਮੈਂ ਹੋਵਾਂ ਤਾਂ ਸਾਰਿਆਂ ਨੂੰ ਅਨਾਉਂਸ ਕਰਾਂ ਵੀ ਆਪਾਂ ਇਕੱਠੇ ਹੋ ਕੇ ਕੰਮ ਕਰੀਏ, ਇੰਡੀਵਿਜੂਅਲੀ ਲੈਵਲ ਤੇ ਕੰਮ ਨਾ ਕਰੀਏ, ਹੈ ਨਾ। ਅਖੀਰ ਨੂੰ ਜਿਹੜਾ ਹੈਗਾ ਕੰਮ ਤਾਂ ਉਹੀ ਕਰਨਾ ਸਾਰਿਆਂ ਨੇ, ਜੇ ਅਲੱਗ-ਅਲੱਗ ਕਰਾਂਗੇ ਉਹ ਵੱਡਾ ਕੰਮ ਹੋ ਸਕਦਾ। ਕਿਉਂਕਿ ਦੇਖੋ ਅਮਰਤ ਭਾਜੀ ਨੇ ਪਹਿਲੇ ਵੀ ਕਿਹਾ ਕਿ ਵੀ ਸਿਚੁਏਸ਼ਨ ਜਿਹੜੀ ਇਕਨੋਮਿਕਲੀ ਚੱਲ ਰਹੀ ਆ, ਕਿ ਜਿਹੜੇ ਲੋਕਾਂ ਨੇ ਦਾਨ ਦੇਣੇ ਨੇ ਜਾਂ ਰਿਸੋਰਸਿਸ ਨੇ, ਵਲੰਟੀਅਰ ਨੇ, ਦੁਬਾਰਾ ਅਸੀਂ ਰਿਕੁਐਸਟ ਕਰਨੀ ਹੈਗੀ ਜੀ ਕਿ ਇਕੱਠੇ ਹੋ ਕੇ ਕੰਮ ਹੁੰਦਾ ਤਾਂ ਵਧੀਆ ਗੱਲ ਹੈਗੀ ਆ। ਬਿਲਕੁਲ ਗੈਰੀ ਜੀ, ਇਹ ਵੀ ਸਵਾਲ ਤੁਹਾਡੇ ਤੋਂ ਵੀ ਬਣਦਾ ਹੈਗਾ, ਕਿਉਂਕਿ ਸਰਕਾਰਾਂ ਤਾਂ ਆਪਣੇ ਵੱਲੋਂ ਕੰਮ ਕਰ ਹੀ ਰਹੀਆਂ ਨੇ, ਪਰ ਜਦੋਂ ਸੁਸਾਇਟੀਜ਼ ਮਿਲ ਕੇ ਅੱਗੇ ਆਉਂਦੀਆਂ ਨੇ, NGO ਸੁਸਾਇਟੀਜ਼ ਮਿਲ ਕੇ ਅੱਗੇ ਆਉਂਦੀਆਂ ਨੇ, ਤਾਂ ਨੈਚੁਰਲੀ ਗੱਲ ਹੈ ਕਿ ਆਮ ਲੋਕ ਜਿਹੜੇ ਨੇ, ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ, ਉਹਨਾਂ ਤੱਕ ਮਦਦ ਤਾਂ ਪਹੁੰਚਦੀ ਹੈ। ਸਰਕਾਰਾਂ ਦੇ ਮੋਢਿਆਂ ਤੇ ਵੀ ਜਿਹੜੀ ਜ਼ਿੰਮੇਵਾਰੀ ਹੈਗੀ ਆ, ਉਹਨਾਂ ਨੂੰ ਥੋੜਾ ਜਿਹਾ ਉਹਨਾਂ ਨੂੰ ਥੋੜੀ ਰਾਹਤ ਵੀ ਮਿਲਦੀ ਹੈ। ਕੀ ਕਹੋਗੇ? ਹਾਂਜੀ ਬਿਲਕੁਲ। ਦੇਖੋ ਜੀ, ਜੇ ਤਾਂ ਆਪਾਂ ਹੁਣ ਅੱਡ ਕਰਕੇ ਇਹ ਇਸ਼ੂ ਹਮੇਸ਼ਾ ਪੈਂਦੀ ਹੈ ਕਿ ਆਪਾਂ ਹਰੇਕ NGO ਜਾਂ ਹਰੇਕ ਕਹਿੰਦਾ ਕਿ ਮੈਂ ਆਹ ਕੀਤਾ, ਮੈਂ ਸ਼ੋ ਕਰਨਾ ਚਾਹੁੰਦਾ ਕਿ ਮੈਂ ਆਹ ਕੀਤਾ ਆ, ਪਰ ਇਹੀ ਡਿਫਰੈਂਸ ਆ ਕਿ ਜਿਹੜੀ ਆਪਣੀ ਸਾਡੀ ਪਾਵਰ ਆ ਕਿੰਨੀ ਗੁਣਾ ਉਹ ਵੱਧ ਜਾਂਦੀ ਹੈ ਜਦੋਂ ਅਸੀਂ ਇਕੱਠੇ ਰਲ ਕੇ ਕਰਦੇ ਆ ਤਾਂ ਸਾਰਿਆਂ ਨੇ। ਬਿਕਾਜ਼ ਐਂਡ ਦਾ ਡੇ ਜਿਹੜੇ ਬੰਦੇ ਤੇ ਮੁਸੀਬਤ ਪੈ ਰਹੀ ਆ, ਉਹਨੂੰ ਮੈਟਰ ਨਹੀਂ ਕਰਦਾ ਕਿ ਕਿਹਨ ਕੀਤਾ ਉਹਦੇ ਲਈ, ਉਹਨੂੰ ਇਹ ਮੈਟਰ ਕਰਦਾ ਕਿ ਉਹਦੇ ਲਈ ਕੁਝ ਹੋ ਗਿਆ ਤਾਂ ਉਹਦੀ ਮਦਦ ਹੋ ਗਈ। ਸੋ ਇਸ ਲਈ ਬਹੁਤ ਇੰਪੋਰਟੈਂਟ ਆ ਕਿ ਇਦਾਂ ਦੇ ਟਾਈਮਾਂ ਦੇ ਵਿੱਚ ਕਿ ਆਪਾਂ ਇਕੱਠੇ ਰਲ ਕੇ ਚੱਲੀਏ। ਇਹਦੇ ਵਿੱਚ ਇਹ ਕੋਈ ਸੋਚ ਨਾ ਹੋਵੇ ਕਿ ਇਹ ਆ ਮੇਰੀ ਮਦਦ ਆ ਕਿ ਜਾਂ ਉਹਦੀ ਮਦਦ ਆ। ਇਹ 'ਚ ਇਹ ਹੋਣਾ ਚਾਹੀਦਾ ਆ ਕਿ ਅਸੀਂ ਇਕੱਠੇ ਹੋ ਕੇ ਰਿਸੋਰਸਿਸ ਆਪਣੇ ਸਾਰੇ ਬੰਡਲ ਕਰਕੇ ਤਾਂ ਇਕੱਠੇ ਇੱਕ ਬੇਸ ਦੇ ਨਾਲ ਚੱਲੀਏ ਤਾਂ
ਵੱਧ ਤੋਂ ਵੱਧ ਲੋਕਾਂ ਦੀ ਜਿੰਨੀ ਵੀ ਅਸੀਂ ਹੈਲਪ ਕਰ ਸਕਦੇ ਹਾਂ ਕੋਸ਼ਿਸ਼ ਕਰੀਏ। ਇੱਦਾਂ ਜੇ ਥੋੜ੍ਹੇ ਲੈਵਲ 'ਤੇ ਸੋਚਿਆ ਜਾਵੇ, ਸਾਡੀਆਂ ਗੌਰਮੈਂਟ ਕੋਸ਼ਿਸ਼ ਕਰ ਰਹੀਆਂ ਇੱਦਾਂ। ਹੁਣ ਅਸੀਂ ਸਾਰੇ ਵੱਖਰੇ ਵੱਖਰੇ ਡਿਪਾਰਟਮੈਂਟਸ ਆ ਜਾਂ ਹੈ ਨਾ ਸਿਟੀਜ਼ ਆ, ਪਰ ਜਦੋਂ ਇੱਦਾਂ ਦਾ ਕੋਈ ਟਾਈਮ ਆਉਂਦਾ ਆ ਅਸੀਂ ਇੱਕ ਦੂਜਿਆਂ ਦੀ ਹਮੇਸ਼ਾ ਮਦਦ ਕਰ। ਸਾਡਾ ਪੁਲਿਸ ਆਫਸਰ ਸਾਰੇ ਇਕੱਠੇ ਹੋ ਕੇ ਚੱਲਦੇ ਆ, ਫਾਇਰ ਫਾਈਟਰਸ ਇੱਦਾਂ ਸਾਰੇ ਜਿੰਨੇ ਵੀ ਟਾਊਨਸ ਹੈਗੇ ਆ ਜਾਂ ਸਿਟੀਜ਼ ਹੈਗੀਆਂ ਆ, ਉਹ 'ਚ ਇਹ ਨਹੀਂ ਹੈਗਾ ਕਿ ਹੁਣ ਇਹ ਸਿਟੀ ਦਾ ਇਹ ਸਿਟੀ ਦਾ ਨਹੀਂ, ਉਹ ਸਾਰੇ ਇਕੱਠੇ ਹੋ ਕੇ ਇੱਕ ਫਾਇਰ ਫਾਈਟਰ ਯੂਨਿਟ ਬਣ ਕੇ ਹੈਲਪ ਕਰਨ ਜਾ ਰਹੇ ਆ। ਇੱਦਾਂ ਜੇ ਤੁਸੀਂ ਦੇਖਿਆ ਜਾਵੇ ਕਿ ਆਪਣੀ ਰੈੱਡ ਕਰਾਸ ਜਾਂ ਸੈਲਵੇਸ਼ਨ ਆਰਮੀ ਆ, ਉਹ ਵੀ ਇਹ ਨਹੀਂ ਕਹਿ ਰਿਹਾ ਕਿ ਜੀ ਇਹ ਸੈਲਵੇਸ਼ਨ ਆਰਮੀ ਮੰਟੀਕਾ ਦੀ ਆ ਜਾਂ ਸਟਾਕਟਨ ਦੀ ਆ ਜਾਂ ਮਾਊਂਟਨ ਹਾਊਸ ਦੀ ਆ, ਉਹ ਇੱਕ ਯੂਨਿਟ ਬਣ ਕੇ ਜਾਂਦੀ ਆ ਕਿ ਇਕੱਠੇ ਕੰਮ ਕਰੀਏ। ਸੋ ਇੱਦਾਂ ਮੇਰੇ ਹਿਸਾਬ ਨਾਲ ਇਹ ਆਪਣੇ ਲਈ ਬੇਸ ਆਪਾਂ ਵਰਤ ਸਕਦੇ ਹਾਂ ਸ਼ੋਅ ਕਰਨ ਲਈ ਕਿ ਅਸੀਂ ਇਕੱਠੇ ਬਹੁਤ ਸਟਰੋਂਗਰ ਆ ਇਕੱਲਿਆਂ ਨਾਲੋਂ। ਬਿਲਕੁਲ, ਇੱਕ ਟੀਮ ਦੇ ਤੌਰ ਤੇ ਕੰਮ ਕਰੋਗੇ ਤਾਂ ਨੈਚੁਰਲੀ ਗੱਲ ਹੈ ਕਿ ਇਹ ਜਿਹੜਾ ਰਾਹਤ ਹੈ ਉਹ ਹੋਰ ਤੇਜ਼ੀ ਨਾਲ ਵਧੇਗਾ, ਰਾਹਤ ਦਾ ਕੰਮ ਜਿਹੜਾ ਹੈਗਾ। ਬਿਲਕੁਲ ਠੀਕ ਤੁਸੀਂ ਕਿਹਾ। ਔਰ ਗੈਰੀ ਸਿੰਘ ਜੀ, ਇੱਕ ਸਵਾਲ ਅਹਿਮ ਜ਼ਰੂਰ ਮੈਂ ਇੱਥੇ ਕਰਨਾ ਚਾਹਾਂਗਾ ਕਿਉਂਕਿ ਲੋਕ ਵੀ ਇਹ ਜ਼ਰੂਰ ਜਾਣਨਾ ਚਾਹੁੰਦੇ ਹੋਣਗੇ, ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਲਗਾਤਾਰ ਇਹ ਜਿਹੜਾ ਸਮਾਂ ਹੈਗਾ ਔਰ ਆਉਣ ਵਾਲਾ ਸਮਾਂ ਲਗਾਤਾਰ ਜਿਹੜਾ ਆંકੜਾ ਹੈਗਾ ਦਿਨ ਬ ਦਿਨ ਵੱਧਦਾ ਜਾ ਰਿਹਾ। ਪਹਿਲਾਂ ਹਜ਼ਾਰਾਂ 'ਚ ਹੁੰਦਾ ਸੀ, ਹੁਣ ਲੱਖਾਂ 'ਚ, ਤੇ ਹੁਣ ਹੋ ਸਕਦਾ ਕੁਝ ਸਮੇਂ ਬਾਅਦ ਮਿਲੀਅਨਸ ਵਿੱਚ ਹੋਵੇ। ਪਰ ਕੀ ਇਕਵਿਪਮੈਂਟਸ ਦੀ ਜੇਕਰ ਗੱਲ ਕਰੀਏ ਤਾਂ ਇਕਵਿਪਮੈਂਟਸ ਪੂਰੇ ਹੈਗੇ ਨੇ ਕਿ ਔਜ਼ਾਰ, ਕਿਉਂਕਿ ਔਜ਼ਾਰਾਂ ਦੀ ਕਮੀ ਨਹੀਂ ਹੋਣੀ ਚਾਹੀਦੀ ਹੈ। ਸਾਡੇ ਫਾਇਰ ਫਾਈਟਰਸ ਕੋਲ ਜਿਹੜੇ ਫਰਸਟ ਰਿਸਪੌਂਡਰਸ ਨੂੰ ਜਿਹੜੇ ਪਹਿਲੇ ਹਥਿਆਰ ਹੁੰਦੇ ਨੇ ਉਹ ਕੀ ਮੁਹੱਈਆ ਕਰਵਾਏ ਜਾ ਰਹੇ ਨੇ ਔਰ ਸੰਤੁਸ਼ਟੀਜਨਕ ਔਜ਼ਾਰ ਹੈਗੇ ਸਾਡੇ ਕੋਲ? ਹਾਂਜੀ, ਸੋ ਜੇ ਮੈਂ ਆਪਣੇ ਸ਼ਹਿਰ ਦੀ ਗੱਲ ਕਰਾਂ, ਅਸੀਂ ਹਰੇਕ ਸਾਲ ਆਪਣਾ ਬਜਟ ਜਿਹੜਾ ਹੈ ਉਹਦੇ ਵਿੱਚ ਥੋੜਾ ਬਹੁਤਾ ਰੱਖੀਦਾ ਸਾਈਡ ਤੇ ਇਕਵਿਪਮੈਂਟਸ ਜਿਹੜੀਆਂ ਆਲਰੇਡੀ ਹੈਗੀਆਂ ਫਾਇਰ ਫਾਈਟਰ, ਉਹ ਚੈੱਕ ਕਰਨ ਲਈ, ਉਹਨਾਂ ਨੂੰ ਅਪਗ੍ਰੇਡ ਕਰਨ ਲਈ ਜਾਂ ਰਿਨਿਊ ਕਰਨ ਲਈ, ਬਿਕਾਜ਼ ਓਵਰ ਟਾਈਮ ਉਹ ਆਬਵੀਅਸਲੀ ਉਹਨਾਂ ਦੀ ਉਹ ਚੀਜ਼ ਨਹੀਂ ਰਹਿ ਜਾਂਦੀ ਜੋ ਹੈ ਨਾ ਵਰਤ ਸਕਣ। ਸੋ ਇਕਵਿਪਮੈਂਟ ਡੈਫੀਨੇਟਲੀ ਨੀਡਸ ਟੂ ਬੀ ਅਪਗ੍ਰੇਡਡ। ਮੇਰੇ ਹਿਸਾਬ ਨਾਲ ਇੱਕ ਇਹ ਵੀ ਆ ਕਿ ਜੇ ਤੁਸੀਂ ਹੁਣ ਕੈਲੀਫੋਰਨੀਆ ਸਟੇਟ ਲੈਵਲ ਤੇ ਗੱਲ ਕਰੋ, ਕੈਲ ਫਾਇਰ ਦੀ ਗੱਲ ਕਰੋ, ਜਦੋਂ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੀਆਂ ਫਾਇਰਸ ਆ ਮੋਸਟ ਟਾਈਮ ਉਹ ਉੱਦਾਂ ਦੀਆਂ ਜਗ੍ਹਾ ਤੇ ਆ ਰਹੀਆਂ ਕਿ ਜਿੱਥੇ ਇੱਕ ਆਮ ਫਾਇਰ ਫਾਈਟਰ ਜਿਹੜਾ ਉਹ ਰੀਚ ਨਹੀਂ ਕਰ ਸਕਦਾ, ਤਾਂ ਉੱਥੇ ਤਾਂ ਫਿਰ ਜਹਾਜ਼ਾਂ ਦੀ, ਹੈਲੀਕਾਪਟਰਾਂ ਦੀ, ਉਹਨਾਂ ਦੀ ਜ਼ਿਆਦਾ ਲੋੜ ਆ। ਤਾਂ ਮੇਰੇ ਹਿਸਾਬ ਨਾਲ ਉਹ ਸਪਲਾਈਜ਼ ਜਿਹੜੀਆਂ ਥੋੜ੍ਹੀਆਂ ਘੱਟ ਆ, ਬਿਕਾਜ਼ ਅਸਲੀ ਉੱਥੋਂ ਸ਼ੁਰੂ ਹੁੰਦਾ ਆ ਜਿਹੜਾ ਤੁਸੀਂ ਦੇਖ ਰਹੇ ਆ ਕਿ ਜਦੋਂ ਆਪਣੇ ਇੱਥੇ ਜਹਾਜ਼ ਜਿਹੜੇ ਆ ਉਹ ਡ੍ਰੌਪ ਕਰਦੇ ਆ ਪਾਣੀ ਜਾਂ ਕੈਮੀਕਲਸ ਉਹਨਾਂ ਨੂੰ ਹੈਲਪ ਕਰਨ ਲਈ ਫਾਇਰਸ ਨੂੰ, ਉਹਦੇ ਵਿੱਚ ਮੇਰੇ ਹਿਸਾਬ ਨਾਲ ਹਲੇ ਵੀ ਘੱਟ ਆ ਰਿਸੋਰਸਿਸ। ਜੇ ਉਹ ਆਪਣੇ ਕੋਲ ਪਾਵਰ ਥੋੜ੍ਹੀ ਜ਼ਿਆਦਾ ਹੋਵੇ ਫਿਰ ਡੈਫੀਨੇਟਲੀ ਹੈ ਨਾ ਫਾਇਰ ਫਾਈਟਰਾਂ ਨੂੰ ਵੀ ਇੱਕ ਮੌਕਾ ਮਿਲ ਜਾਂਦਾ ਹੈ ਨਾ ਉਹ ਫਾਇਰਸ ਨੂੰ ਕੰਟਰੋਲ ਕਰਨ ਲਈ ਜਾਂ ਪਹੁੰਚਣ ਲਈ ਵੀ ਜਿੱਥੇ ਆਮ ਇਨਸਾਨ ਬੰਦਿਆਂ ਦਾ ਸਟਰਕਚਰਸ ਦਾ ਕਿਸੇ ਦਾ ਨੁਕਸਾਨ ਹੋਵੇ। ਜੀ, ਇੱਕ ਆਖਰੀ ਸਵਾਲ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗਾ ਕਿ ਹੁਣ ਕਿਉਂਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਅੱਗ ਲਗਾਤਾਰ ਤੇਜ਼ੀ ਨਾਲ ਫੈਲਦੀ ਹੋਈ ਅਸੀਂ ਵੇਖੀ ਹੈਗੀ ਹੈ, ਤੁਸੀਂ ਕਦੋਂ ਤੱਕ ਉਮੀਦ ਕਰਦੇ ਹੋ ਗੈਰੀ ਸਿੰਘ ਜੀ ਕਿ ਇਹ ਜਿਹੜੀ ਅੱਗ ਹੈਗੀ ਹੈ ਪੂਰੀ ਤਰ੍ਹਾਂ ਨਾਲ ਬੁਝ ਜਾਏਗੀ? ਕਦੋਂ ਤੱਕ ਲੋਕਾਂ ਨੂੰ ਰਾਹਤ ਮਿਲੇਗੀ? ਹੁਣ ਇਹ ਤਾਂ ਜੀ ਬਹੁਤ ਤਗੜਾ ਸਵਾਲ ਪੁੱਛ ਲਿਆ ਤੁਸੀਂ। ਜੇ ਮੇਰੇ ਕੋਲ ਇਹਦਾ ਆਨਸਰ ਹੋਵੇ ਤਾਂ ਓਨੈਸਟਲੀ ਇਹ ਤਾਂ ਹੁਣ ਰੱਬ ਦੇ ਨਾ ਘਰ ਹੀ ਆ ਕਿ ਜੇ ਅਸੀਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਚੱਲ ਰਹੀ ਆ, ਪਰ ਹੁਣ ਜਿਹੜਾ ਰੇਨਿੰਗ ਸੀਜ਼ਨ ਹੈ ਉਹਦੀ ਵੇਟ ਕਰ ਰਿਹਾ ਕਿ ਥੋੜਾ ਜਲਦੀ ਆ ਜਾਵੇ ਤਾਂ ਸਾਡੀ ਹੈਲਪ ਕਰੇ। ਇਸ ਵੇਲੇ ਮੈਂ ਤੁਹਾਨੂੰ ਥੋੜੇ ਜਿਹੇ ਦੱਸ ਦਿੰਦਾ ਸਵੇਰ ਦੇ ਅੱਜ ਦੇ ਕੀ ਚੱਲ ਰਿਹਾ, ਵੱਖਰੇ ਵੱਖਰੇ ਫਾਇਰਸ ਦੇ ਸਟੈਟਿਸਟਿਕਸ ਮੈਂ ਕੱਢੇ ਸੀ ਅੱਜ ਸਵੇਰੇ। ਜਿਹੜੀ LNU ਕੰਪਲੈਕਸ ਦੀ ਫਾਇਰ ਆ 3,41,000 ਏਕੜ ਉੱਥੋਂ ਬਰਨ ਹੋ ਗਿਆ ਆ, ਤਾਂ ਓਨਲੀ 17% ਕੰਟੇਨਮੈਂਟ ਆ। SCU ਕੰਪਲੈਕਸ ਫਾਇਰ ਜਿਹੜੀ ਆ 340,000 ਏਕੜਸ ਬਰਨਡ, 10% ਕੰਟੇਨਮੈਂਟ। CZU 67,000 ਏਕੜ ਤਾਂ 5% ਕੰਟੇਨਮੈਂਟ। ਰਿਵਰ ਫਾਇਰ ਜਿਹੜੀ ਆ 50,000 ਏਕੜਸ, 15% ਕੰਟੇਨਮੈਂਟ। ਐਂਡ ਗਲੈਨ ਫਾਇਰ ਜਿਹੜੀ ਆ 40,000 ਏਕੜ, 13% ਕੰਟੇਨਮੈਂਟ। ਤਾਂ ਇੱਕ ਛੋਟੀ ਹੋਰ ਇੱਕ ਦੋ ਹੈਗੀਆਂ ਸ਼ੀਪ ਤੇ ਕਾਰਮੈਲ ਫਾਇਰਸ, ਉਹਨਾਂ ਦੀ ਟੋਟਲ 25,000 ਏਕੜ ਹੋ ਗਏ ਆ, ਤੇ ਉਹ ਵੀ ਹਲੇ 10% ਕੰਟੇਨਮੈਂਟ 'ਚ ਆ। ਇਹ ਅੱਜ ਹਲੇ ਸਵੇਰ ਦੀ ਖਬਰ ਆ। ਸੋ ਹੁਣ ਇਹਦੇ ਕਰਕੇ ਤੁਸੀਂ ਕਹੋਗੇ ਕਿ ਕਿੰਨੇ ਕੁ ਚ ਹੋ ਸਕਦਾ ਆ, ਤੁਸੀਂ ਦੇਖੋ ਕਿ ਹਲੇ ਇੱਕ ਹਫ਼ਤੇ ਦੇ ਵਿੱਚ 2 ਵੀਕਸ ਦੇ ਵਿੱਚ ਤੁਸੀਂ ਸੋਚਿਆ ਜਾਵੇ ਹਲੇ ਅਸੀਂ ਸਿਰਫ 10-15% ਤੱਕ ਅਸੀਂ ਕੰਟੇਨਮੈਂਟ ਕਰ ਸਕੇ ਆ। ਇਹ ਤਾਂ ਹੁਣ
ਕੱਲਾ ਸਾਡੇ ਹੱਥ ਵਸ ਨਹੀਂ, ਇਹ ਤਾਂ ਹੁਣ ਨਾ ਰੱਬ ਹੈਲਪ ਕਰੂਗਾ ਤਾਂ ਥੋੜਾ ਜਿਹਾ ਵੈਦਰ ਚੇਂਜ ਹੋਵੇ ਤੇ ਫੇਰ ਹੀ ਐਕਚੁਅਲੀ ਕੰਟੇਨਮੈਂਟ ਹੋਗੀ। ਪਰ ਜੋ ਲੱਗ ਰਿਹਾ ਆ ਇਟ ਕੁਡ ਗੋ ਔਨ ਫॉर ਐਟਲੀਸਟ ਅਨਦਰ ਮੰਥ, 1 ਮਹੀਨਾ ਹੋਰ ਤਾਂ ਘੱਟੋ ਘੱਟ ਮੈਨੂੰ ਨਹੀਂ ਲੱਗਦਾ ਕਿਸੇ ਪਾਸੇ ਘਟੂਗਾ ਹਲੇ। ਹੋਰ ਹਲੇ ਉਮੀਦ ਕੀਤੀ ਜਾ ਰਹੀ ਹੈ ਕਿ 1 ਮਹੀਨੇ ਤੱਕ ਜਦੋਂ ਹੋ ਸਕਦਾ ਉਸ ਤੋਂ ਪਹਿਲਾਂ ਜੇਕਰ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਤਾਂ ਜ਼ਰੂਰ ਲੋਕਾਂ ਨੂੰ ਰਾਹਤ ਮਿਲੇ। ਪਰ ਫਿਰ ਵੀ ਜਿਵੇਂ ਗੈਰੀ ਸਿੰਘ ਜੀ ਕਹਿ ਰਹੇ ਨੇ, ਸਿਟੀ ਕਾਉਂਸਲਮੈਨ ਨੇ ਗਾਰੰਟੀ ਕਰਦੇ ਔਰ ਉਹਨਾਂ ਦੇ ਮੁਤਾਬਕ 1 ਮਹੀਨਾ ਹੋਰ ਲੋਕਾਂ ਨੂੰ ਇਹਨਾਂ ਪਰੇਸ਼ਾਨੀਆਂ ਨਾਲ 1-2-4 ਹੋਣਾ ਪੈ ਸਕਦਾ ਹੈ। ਔਰ ਹੈਰੀ ਢਿੱਲੋਂ ਸਾਹਿਬ ਜਾਂ ਅੰਮ੍ਰਿਤ ਚੀਮਾ ਸਾਹਿਬ ਅਜਿਹੀਆਂ ਕਈ ਸੁਸਾਇਟੀਜ਼ ਮੌਜੂਦ ਨੇ ਜੋ ਕਿ ਆਮ ਲੋਕਾਂ ਦੀ ਮਦਦ ਲਈ ਅੱਗੇ ਆਉਂਦੀਆਂ ਨੇ। ਸੋ ਬਹੁਤ ਬਹੁਤ ਸ਼ੁਕਰੀਆ ਗੈਰੀ ਸਿੰਘ ਜੀ, ਹੈਰੀ ਢਿੱਲੋਂ ਜੀ ਔਰ ਅੰਮ੍ਰਿਤ ਚੀਮਾ ਜੀ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ, ਕਿਉਂਕਿ ਸਾਨੂੰ ਪਤਾ ਕਿ ਅਜਿਹੇ ਸਮੇਂ ਵਿੱਚ ਜੇਕਰ ਜਦੋਂ ਤੁਹਾਡੇ ਵਰਗੇ ਲੋਕ ਅੱਗੇ ਆ ਕੇ ਸਾਹਮਣੇ ਬੋਲਦੇ ਨੇ ਤਾਂ ਲੋਕਾਂ ਨੂੰ ਅਸੀਂ ਮਦਦ ਤਾਂ ਹੀ ਪਹੁੰਚਾ ਸਕਦੇ ਹਾਂ ਜੋ ਹੋਰ ਲੋਕ ਇਕੱਠੇ ਹੋਣ, ਇੱਕ ਪੂਰੀ ਟੀਮ ਦੀ ਤਰ੍ਹਾਂ, ਜਿਵੇਂ ਗੈਰੀ ਸਿੰਘ ਜੀ ਨੇ ਕਿਹਾ, ਇੱਕ ਪੂਰੀ ਟੀਮ ਦੀ ਤਰ੍ਹਾਂ ਕੰਮ ਕੀਤਾ ਜਾਏ ਤਾਂ ਹੀ ਲੋਕਾਂ ਤੱਕ ਮਦਦ ਪਹੁੰਚਾਈ ਜਾ ਸਕਦੀ ਹੈ। ਫਿਲਹਾਲ ਸਾਡਾ ਨਜ਼ਰੀਆ ਪ੍ਰੋਗਰਾਮ ਵਿੱਚ ਬਸ ਇਨਾ ਹੀ। ਸਾਡੀ ਇਹ ਕੋਸ਼ਿਸ਼ ਸੀ ਕਿ ਜੋ ਇਸ ਸਮੇਂ ਦੇ ਤਾਜ਼ੇ ਹਾਲਾਤ ਬਣੇ ਹੋਏ ਨੇ ਅਮਰੀਕਾ ਦੇ ਕੈਲੀਫੋਰਨੀਆ ਦੇ, ਜਿੱਥੇ ਕਿ ਇਸ ਸਮੇਂ ਵੱਖ-ਵੱਖ ਥਾਵਾਂ ਤੇ ਅੱਗ ਦੀ ਲਪੇਟ ਵਿੱਚ ਲੋਕ ਆ ਰਹੇ ਨੇ, ਉਹਨਾਂ ਦੇ ਘਰ ਆ ਰਹੇ, ਉਹਨਾਂ ਨੂੰ ਕਿਸ ਤਰ੍ਹਾਂ ਇੱਕ ਰਾਹਤ ਪਹੁੰਚਾਈ ਜਾਏ ਅਤੇ ਲੋਕਾਂ ਤੱਕ ਇੱਕ ਚੰਗਾ ਸੁਨੇਹਾ ਪਹੁੰਚਾਇਆ ਜਾਏ ਤਾਂ ਕਿ ਲੋਕ ਉਹਨਾਂ ਦੀ ਮਦਦ ਲਈ ਅੱਗੇ ਆ ਸਕਣ। ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਜੁੜਨ ਦੇ ਲਈ, ਪ੍ਰੋਗਰਾਮ ਨਜ਼ਰੀਆ ਵੇਖਣ ਦੇ ਲਈ। ਧੰਨਵਾਦ।